ਤਰੀਜੈ ਸਿਰ ਕੀਜੈ ਕਾਣ ਨਾ ਕੀਜੈ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠੇ ਗੁਰਮੁਖ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵਡਭਾਗੇ ਹੋ। ਸਾਹਿਬਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕਰਕੇ ਅੰਮ੍ਰਿਤਮਈ ਪਾਵਨ ਬਾਣੀ ਆਸਾ ਕੀ ਵਾਰ ਦਾ ਕੀਰਤਨ ਬੱਚਿਆਂ ਪਾਸੋਂ ਸਰਵਣ ਕਰ ਰਹੇ ਸੀ ਤੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਸੀ। ਆਓ ਗੁਰਮਤ ਵਿਚਾਰਾਂ ਦੇ ਨਾਲ ਸਾਂਝ ਪਾਉਣਾ ਕਰੀਏ। ਜਿੱਥੇ ਅੱਜ ਸਾਵਣ ਦੇ ਮਹੀਨੇ ਦੀ ਆਮਦ ਹੋਈ ਹੈ, ਉੱਥੇ ਨਾਲ ਅੱਜ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ। ਉਸ ਮਹਾਨ ਯੋਧੇ, ਉਸ ਸਿੱਦਕੀ ਸਿੱਖ ਨੂੰ ਆਪਾਂ ਯਾਦ ਕਰਨਾ ਹੈ, ਜਿਸ ਨੇ ਆਪਣੀ ਖੋਪੜੀ ਤਾਂ ਉਤਰਵਾ ਲਈ, ਪਰ ਆਪਣੀ ਸਿੱਖੀ ਨੂੰ ਕੇਸਾਂ ਸਵਾਸਾਂ ਸੰਗ ਉਹ ਨਿਭਾ ਗਿਆ। ਸਿੱਖੀ ਨੂੰ ਆਂਚ ਨਾ ਆਣ ਦਿੱਤੀ। ਉਸ ਯੋਧੇ ਦੇ ਜੀਵਨ ਨੂੰ ਆਪਾਂ ਵਿਚਾਰਨ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਲਵਾਈਏ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਦਾ ਜਦੋਂ ਆ ਪਹਿਰਾ ਆਪਾਂ ਸਾਰੇ ਪੜ੍ਹਦੇ ਆਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਲੋਹਾਈਆਂ, ਚਰਖੜੀਆਂ ਤੇ ਚੜੇ। ਜਦੋਂ ਖੋਪੜੀਆਂ ਲੋਹਾਈਆਂ ਸ਼ਬਦ ਆਪਾਂ ਪੜ੍ਹਦੇ ਆਂ ਤੇ ਸਾਨੂੰ ਭਾਈ ਤਾਰੂ ਸਿੰਘ ਜੀ ਦੀ ਉਹ ਤਸਵੀਰ ਸਾਹਮਣੇ ਆ ਜਾਂਦੀ ਹੈ, ਸਾਡੀਆਂ ਅੱਖਾਂ ਦੇ ਸਾਹਮਣੇ, ਵੀ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਉਹਨਾਂ ਦੇ ਸਿਰ ਤੋਂ ਜੁਦਾ ਹੋਈ, ਖੂਨ ਨੁਚੜਦਾ ਪਿਆ ਹੈ ਤੇ ਜਲਾਦ ਨੇ ਉਸ ਖੋਪੜੀ ਨੂੰ ਪਕੜਿਆ ਹੋਇਆ ਹੈ ਤੇ ਭਾਈ ਤਾਰੂ ਸਿੰਘ ਜੀ ਦਾ ਸਾਰਾ ਪਿੰਡਾ ਖੂਨ ਦੇ ਨਾਲ ਲੱਥਪੱਥ ਹੋਇਆ ਤੇ ਅਡੋਲ ਅਵਸਥਾ ਦੇ ਵਿੱਚ ਉਹ ਗੁਰੂ ਕਾ ਸਿੱਖ ਬੈਠਾ ਹੋਇਆ ਹੈ। ਆਪਣੀ ਖੋਪੜੀ ਨੂੰ ਉਤਰਵਾ ਕੇ ਉਸ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦੇ ਭਾਣੇ ਵਿੱਚ ਅਡੋਲ ਉਹ ਤਸਵੀਰ ਸਾਡੀਆਂ ਅੱਖਾਂ ਦੇ ਸਾਹਮਣੇ ਆ ਜਾਂਦੀ ਹੈ। ਤੇ ਫਿਰ ਇਸ ਪਹਿਰੇ ਦੀ ਸਮਾਪਤੀ ਪਤਾ ਕਿੱਥੇ ਹੁੰਦੀ ਹੈ? ਭਾਵੇਂ ਇਹਦੇ ਵਿੱਚ ਆਰਿਆਂ ਨਾਲ ਚਰਾਉਣ ਦੀ ਗੱਲ ਆਉਂਦੀ ਹੈ, ਭਾਵੇਂ ਖੋਪੜੀਆਂ ਉਤਰਵਾਉਣ ਦੀ ਗੱਲ ਆਉਂਦੀ ਹੈ, ਭਾਵੇਂ ਬੰਦ ਬੰਦ ਕਟਵਾਉਣ ਦੀ ਗੱਲ ਆਉਂਦੀ ਹੈ। ਪੂਰਾ ਪਹਿਰਾ ਮੈਂ ਪੜ੍ਹਦੇ ਹਾਂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਇੱਥੇ ਸਿੱਖੀ ਤੇ ਕੇਸਾਂ ਸਵਾਸਾਂ ਸੰਗ ਸ਼ਬਦ ਆਇਆ ਹੈ। ਗੁਰਮੁਖੋ, ਜਿਵੇਂ ਸਵਾਸਾਂ ਦਾ ਜੀਵਨ ਦੇ ਨਾਲ ਸੰਬੰਧ ਹੈ, ਸਵਾਸ ਚੱਲਦੇ ਨੇ ਤੇ ਜੀਵਨ ਚੱਲਦਾ ਹੈ। ਸਵਾਸ ਰੁਕ ਜਾਣ ਤੇ ਜੀਵਨ ਸਮਾਪਤ, ਜੀਵਨ ਖਤਮ। ਇਸੇ ਤਰ੍ਹਾਂ ਜੇ ਕੇਸ ਹੈਣ ਤੇ ਸਿੱਖੀ ਹੈ, ਜੇ ਕੇਸ ਨਹੀਂ ਤੇ ਸਿੱਖੀ ਦਾ ਕੋਈ ਮਤਲਬ ਨਹੀਂ ਹੈ। ਮੈਂ ਫਿਰ ਦੁਹਰਾ ਦਿਆਂ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਦਾ ਭਾਵ ਇਹ ਹੈ ਵੀ ਜਿਵੇਂ ਸਰੀਰ ਦੇ ਲਈ ਸਵਾਸ ਜ਼ਰੂਰੀ ਨੇ, ਸਵਾਸ ਚੱਲਦੇ ਨੇ ਤੇ ਸਰੀਰ ਜਿਉਂਦਾ ਹੈ, ਸਰੀਰ ਚੱਲਦਾ ਹੈ, ਇਸੇ ਤਰ੍ਹਾਂ ਸਿੱਖੀ ਦੇ ਲਈ ਕੇਸ ਜ਼ਰੂਰੀ ਨੇ। ਜੇ ਕੇਸ ਹੈਣ ਤੇ ਸਿੱਖੀ ਹੈ, ਜੇ ਕੇਸ ਨਹੀਂ ਤੇ ਸਿੱਖੀ ਨਹੀਂ।
ਤੇ ਉਹਨਾਂ ਮਰਜੀਵੜੇ ਸਿੱਖਾਂ ਨੇ ਸਿੱਖੀ ਨੂੰ ਕੇਸਾਂ ਸਵਾਸਾਂ ਸੰਗ ਨਿਭਾਇਆ ਹੈ। ਉਹਨਾਂ ਦੇ ਵਿੱਚੋਂ ਆਪਾਂ ਭਾਈ ਤਾਰੂ ਸਿੰਘ ਜੀ ਦੇ ਜੀਵਨ ਨੂੰ ਅੱਜ ਵਿਚਾਰਨਾ ਹੈ। ਗੁਰਮੁਖੋ, ਭਾਈ ਤਾਰੂ ਸਿੰਘ ਜੋ ਜਿਨ੍ਹਾਂ ਦਾ ਪਿੰਡ ਜਿਹੜਾ ਹੈ ਪੂਲਾ ਹੈ, ਮਾਝੇ ਪਰਗਣੇ ਦਾ ਇਹ ਪਿੰਡ ਹੈ ਪੂਲਾ ਪਿੰਡ। ਉਥੋਂ ਦੇ ਵਸਨੀਕ ਹਨ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ। ਭਾਈ ਤਾਰੂ ਸਿੰਘ ਜੀ ਦਾ ਪਿਤਾ ਛੋਟੀ ਉਮਰੇ ਹੀ ਉਹਨਾਂ ਨੂੰ ਛੱਡ ਕੇ ਚਲਿਆ ਗਿਆ ਸੀ, ਬਹੁਤ ਛੋਟੇ ਸਨ ਅਜੇ। ਤੇ ਉਹਨਾਂ ਦੀ ਜਿਹੜੀ ਮਾਤਾ ਹੈ, ਭਾਈ ਤਾਰੂ ਸਿੰਘ ਜੀ ਦਾ ਜਨਮ ਪੂਲੇ ਪਿੰਡ ਵਿਖੇ 1720 ਦੇ ਵਿੱਚ ਹੁੰਦਾ ਹੈ। ਛੋਟੀ ਉਮਰੇ ਪਿਤਾ ਚੜ੍ਹਾਈ ਕਰ ਜਾਂਦੇ ਨੇ। ਤੇ ਜਿਹੜੀ ਮਾਂ ਹੈ, ਸੱਚ ਜਾਣਿਓ ਸਿੱਖੀ ਦੇ ਨਾਲ ਊਤ ਪ੍ਰੋਤ ਗੁਰਬਾਣੀ ਨਾਲ ਅੰਦਰੋਂ ਹਿਰਦਾ ਭਰਿਆ ਸਿੱਖੀ ਦੀ ਉਹ ਮੂਰਤ ਹੈ। ਤੇ ਆਪਣੇ ਘਰ ਦੇ ਵਿੱਚ ਇਸ ਪੁੱਤਰ ਨੂੰ, ਵੈਸੇ ਉਹਨਾਂ ਦੇ ਘਰ ਦੇ ਵਿੱਚ ਇੱਕ ਭੈਣ ਵੀ ਹੈ, ਭੈਣ ਤੇ ਭਰਾ ਨੇ, ਆਪਣੀਆਂ ਦੋਵਾਂ ਬੱਚਿਆਂ ਨੂੰ, ਆਪਣੀ ਧੀ ਤੇ ਆਪਣੇ ਪੁੱਤਰ ਨੂੰ ਸਿੱਖੀ ਦੀਆਂ ਲੋਰੀਆਂ ਦੇ ਦੇ ਕੇ ਮਾਂ ਨੇ ਪਾਲਿਆ ਹੈ। ਮਾਂ ਨੇ ਭਾਈ ਤਾਰੂ ਸਿੰਘ ਜੀ ਨੂੰ ਇੱਕੋ ਗੱਲ ਕਹਿਣੀ, ਪੁੱਤਰ ਗੁਰਬਾਣੀ ਦੇ ਵਿੱਚ ਮਾਂ ਨੂੰ ਧੰਨ ਵੀ ਆਖਿਆ ਗਿਆ ਹੈ, ਮਾਂ ਨੂੰ ਸਲਾਹਿਆ ਵੀ ਗਿਆ ਹੈ ਤੇ ਮਾਂ ਨੂੰ ਲਾਹਣਤਾਂ ਵੀ ਪਈਆਂ ਹਨ। ਉਸ ਮਾਂ ਨੂੰ ਤੇ ਧੰਨ ਆਖਿਆ ਗਿਆ ਹੈ ਜਿਸ ਮਾਂ ਦੀ ਕੁੱਖੋਂ ਜਨਮ ਲੈ ਕੇ ਪੁੱਤਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਭਾਣੇ ਵਿੱਚ, ਉਹਦੀ ਰਜਾ ਦੇ ਵਿੱਚ ਉਹਦੇ ਗੁਣਾਂ ਨੂੰ ਧਾਰਨ ਕਰਕੇ ਧਰਮੀ ਬਣ ਕੇ ਪਰਉਪਕਾਰੀ ਜੀਵਨ ਜਿਉਂਦਾ ਹੈ, ਉਹਨੂੰ ਤੇ ਧੰਨ ਆਖਿਆ ਹੈ। ਤੇ ਜਿਹੜਾ ਵਿਸ਼ੇ ਵਿਕਾਰਾਂ ਦੇ ਵਿੱਚ ਗਰਕ ਹੋ ਕੇ ਮੰਦੇ ਕਰਮ ਕਰਕੇ ਬੁਰਾ ਆਚਰਣ ਆਪਣਾ ਜੀਵਨ ਦਾ ਬਣਾ ਕਰਕੇ ਬੁਰੀਆਂ ਆਦਤਾਂ ਦੇ ਵਿੱਚ ਖਚਤ ਹੋ ਕੇ ਭੈੜਾ ਤੇ ਕੁਕਰਮੀ ਜੀਵਨ ਜਿਉਂਦਾ ਹੈ, ਉਸ ਮਾਂ ਦੀ ਕੁੱਖ ਨੂੰ ਵੀ ਮਾੜਾ ਆਖਿਆ ਗਿਆ ਹੈ, ਉਸ ਮਾਂ ਨੂੰ ਲਾਹਨਤਾਂ ਪਾਈਆਂ ਗਈਆਂ ਹਨ। ਜਿਵੇਂ ਬਾਣੀ ਵਿੱਚੋਂ ਆਪ ਜੀ ਨੂੰ ਮੈਂ ਸ਼ਬਦ ਸੁਣਾ ਦਿਆਂ, ਜਿਵੇਂ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਹੈ, ਧਨ ਜਣੇਂਦੀ ਮਾਓ ਆਏ ਸਫਲ ਸੇ ਰੱਤੇ, ਇਸ਼ਕ ਖੁਦਾਏ ਰੰਗ ਦਿਦਾਰ ਕੇ, ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੇ। ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਪ੍ਰੇਮ ਵਿੱਚ, ਨਾਮ ਰੰਗ ਵਿੱਚ ਰਤੇ ਹੋਏ ਨੇ, ਉਹਦੇ ਨਾਲ ਸੱਚਾ ਇਸ਼ਕ ਕਰਦੇ ਨੇ, ਧਰਮੀ ਨੇ, ਗੁਣਵਾਨ ਨੇ, ਪਰਉਪਕਾਰੀ ਹੋ ਕੇ ਜੀਵਨ ਜਿਉ ਰਹੇ ਨੇ, ਕਹਿੰਦੇ ਨੇ ਉਹਨਾਂ ਦੀ ਮਾਂ ਵੀ ਧਨ ਹੈ। ਤੇ ਹੋਰ ਬਚਨ ਆਉਂਦਾ ਬਾਣੀ ਵਿੱਚੋਂ, ਧਨ ਜਨਨੀ ਜਨ ਜਾਇਆ, ਧਨ ਪਿਤਾ ਪਰਵਾਨ। ਕਹਿੰਦੇ ਨੇ ਉਹ ਜਨਨੀ ਧਨ ਹੈ, ਉਹ ਪਿਤਾ ਵੀ ਧਨ ਹੈ, ਜਿਹਦੇ ਘਰ ਦੇ ਵਿੱਚ ਇੱਕ ਬੱਚੇ ਨੇ ਜਨਮ ਲਿਆ ਤੇ ਜਨਮ ਲੈਂਦਿਆਂ ਸਾਰ ਉਹ ਬੱਚਾ ਰੱਬ ਦਾ ਸੇਵਕ ਹੈ, ਰੱਬ ਦਾ ਭਗਤ ਹੈ। ਇੱਥੇ ਤੇ ਮਾਂ ਨੂੰ, ਪਿਤਾ ਨੂੰ ਵੀ ਧਨ ਆਖਿਆ ਗਿਆ। ਪਰ ਦੂਜੇ ਪਾਸੇ, ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮਹਤਾਰੀ। ਜਿਵੇਂ ਜਿਨ ਹਰ ਹਿਰਦੈ ਨਾਮ ਨ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੁੰਜੀ ਦੇ ਫਿਰੇ ਬਿਨ ਨਾਵੇਂ, ਉਹ ਇੱਕ ਖੱਪ ਖੱਪ ਮੋਏ ਕਰਾਂਜਾ। ਕਿ ਉਹ ਮਾਂ ਬਾਂਝ ਰਹਿ ਜਾਂਦੀ ਜਿਹਦੀ ਕੁੱਖ ਵਿੱਚੋਂ ਜਨਮ ਲੈ ਕੇ ਪੁੱਤਰ ਨੇ ਨਾਮ ਨਹੀਂ ਸੀ ਜਪਣਾ, ਚੰਗੇ ਕਰਮ ਨਹੀਂ ਸੀ ਕਰਨੇ, ਪਰਉਪਕਾਰੀ ਜੀਵਨ ਨਹੀਂ ਸੀ ਜਿਉਣਾ, ਉਲਟਾ ਕੁਕਰਮਾਂ ਦੇ ਵਿੱਚ ਖਚਤ ਹੋ ਕੇ ਲੋਕਾਂ ਨੂੰ ਦੁੱਖ ਦੇਣੇ, ਜੀਵਨ ਨੂੰ ਬਰਬਾਦ ਕਰਨਾ। ਇਹੋ ਜਿਹਾ ਪੁੱਤਰ ਕਿਉਂ ਸੰਸਾਰ ਦੇ ਵਿੱਚ ਆਇਆ ਤੇ ਇਹੋ ਜਿਹੀ ਮਾਂ ਨੂੰ ਕਿਉਂ ਕੁੱਖ ਦੇ ਵਿੱਚੋਂ ਉਹਨੂੰ ਜਨਮ ਦੇਣਾ ਪਿਆ। ਸੋ ਮਾਂ ਨੇ ਸਮਝਾਇਆ, ਪੁੱਤ ਵੇਖੀ ਕਿਤੇ ਮੇਰੀ ਕੁੱਖ ਨੂੰ ਦਾਗ ਨਾ ਲਾ ਦਈ, ਵੇਖੀ ਕਿਤੇ ਆਪਣੇ ਪਿਤਾ ਦੀ ਪੱਗ ਨੂੰ ਦਾਗ ਨਾ ਲਾ ਦੀ। ਤੇਰਾ ਪਿਤਾ ਸਿੱਖੀ ਨੂੰ ਕਮਾਂਦਿਆਂ ਕਮਾਂਦਿਆਂ ਸਰੀਰ ਛੱਡ ਕੇ ਗਿਆ ਹੈ, ਸ਼ਹੀਦੇ ਜਾਮ ਪੀਤਾ ਹੈ। ਵੇਖੀ ਕਿਤੇ ਪਿਤਾ ਦੀ ਪੱਗ ਨੂੰ ਵੀ ਦਾਗ ਨਾ ਲਾਈ ਤੇ ਮੇਰੀ ਕੁੱਖ ਨੂੰ ਵੀ ਦਾਗ ਨਾ ਲਾਈ। ਮੈਂ ਚਾਹੁੰਦੀ ਆ ਤੂੰ ਇਹੋ ਜਿਹਾ ਸਿੱਖ ਬਣੇ, ਤੂੰ ਇਹੋ ਜਿਹੀ ਸਿੱਖੀ ਕਮਾਏ ਵੀ ਗੁਰੂ ਨੂੰ ਵੀ ਤੇਰੀ ਸਿੱਖੀ ਦੇ ਉੱਤੇ ਮਾਣ ਹੋਵੇ ਤੇ ਸਿੱਖ ਪੰਥ ਕੌਮ ਨੂੰ ਵੀ ਤੇਰੇ ਸਿੱਖ ਹੋਣ ਤੇ ਮਾਣ ਹੋਵੇ। ਤਾਰੂ ਸਿੰਘ ਨੇ ਆਖਣਾ, ਮਾਂ ਮੈਂ ਤੇਰੀ ਇੱਕ ਇੱਕ ਗੱਲ ਜੋ ਗੁਰਮਤਿ ਦੀ ਤੂੰ ਮੈਨੂੰ ਦ੍ਰਿੜ ਕਰਵਾਉਣੀ ਹੈ, ਜੋ ਸਿੱਖਿਆ ਦੇਣੀ ਹੈ,
ਉਹ ਮੈਂ ਆਪਣੇ ਹਿਰਦੇ ਵਿੱਚ ਵਸਾ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸੱਚਾ ਤੇ ਸੁੱਚਾ ਸਿੱਖ ਬਣਾਂਗਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੁੱਤਰ ਬਣਾਂਗਾ। ਤੇ ਮਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਤਿਹਾਸ ਸੁਣਾਇਆ ਕਰਨਾ, ਤਤੀ ਤਵੀ ਦਾ ਇਤਿਹਾਸ ਸੁਣਾਇਆ ਕਰਨਾ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਇਤਿਹਾਸ ਸੁਣਾਇਆ ਕਰਨਾ, ਸਾਹਿਬਜ਼ਾਦਿਆਂ ਦੀ ਸ਼ਹੀਦੀ ਗਾਥਾ, ਕਿਉਂਕਿ 20 ਵਿੱਚ ਜਨਮ ਹੁੰਦਾ ਹੈ ਤੇ 16-17 ਸਾਲ ਪਹਿਲਾਂ 1704 ਨੂੰ ਸ਼ਹੀਦ ਹੁੰਦੇ ਆ ਨਾ ਸਾਹਿਬਜ਼ਾਦੇ, ਵੱਡੇ ਛੋਟੇ ਦੋਵੇਂ। ਤੇ ਇਹ ਸਾਰਾ ਕੁਝ ਆਪਣੇ ਪੁੱਤਰ ਦੇ ਹਿਰਦੇ ਵਿੱਚ ਮਾਂ ਜਿਹੜੀ ਹੈ ਕੰਨਾਂ ਦੇ ਰਾਹੀਂ ਇਹ ਸਿੱਖੀ ਦੇ ਪ੍ਰਤੀ ਪਿਆਰ, ਸਾਖੀਆਂ ਸੁਣਾ ਕਰਕੇ, ਬਾਣੀ ਸੁਣਾ ਕਰਕੇ ਆਪਣੇ ਪੁੱਤ ਦੇ ਅੰਦਰ ਭਰ ਰਹੀ ਹੈ। ਭਾਈ ਤਾਰੂ ਸਿੰਘ ਜੀ ਆਪਣੀ ਮਾਂ ਦੇ ਕੋਲੋਂ ਗੁਰਬਾਣੀ ਦੀ ਸਿੱਖਿਆ ਸੁਣ ਕੇ, ਇਤਿਹਾਸ ਦੀਆਂ ਗਾਥਾਵਾਂ ਸੁਣ ਕੇ ਸਿੱਖੀ ਦੇ ਪ੍ਰਤੀ ਇੱਕ ਮਹਾਨ ਸਿੱਖ ਬਣਦਾ ਜਾ ਰਿਹਾ ਹੈ। ਤੇ ਉਹਦੇ ਅੰਦਰ ਸਿੱਖੀ ਦੇ ਪ੍ਰਤੀ ਪਿਆਰ ਤੇ ਸਿੱਖੀ ਦੇ ਵਾਸਤੇ ਮਰ ਮਿਟਣ ਦਾ ਜਜ਼ਬਾ ਮਾਂ ਨੇ ਕਾਇਮ ਕਰ ਦਿੱਤਾ। 25 ਸਾਲਾਂ ਦਾ ਇਹ ਸਿੱਖ ਹੋਇਆ ਹੈ। ਤੇ ਗੁਰਮੁਖੋ ਇਹ ਜ਼ਮੀਨ ਸੀ ਇਹਨਾਂ ਦੀ ਆਪਣੀ, ਖੇਤੀਬਾੜੀ ਕਰਨੀ ਤੇ ਖੇਤੀਬਾੜੀ ਕਰਨ ਦੇ ਨਾਲ ਨਾਲ, ਕਿਰਤ ਕਰਨ ਦੇ ਨਾਲ ਨਾਲ ਇਹਨਾਂ ਆਏ ਗਏ ਦੀ ਪ੍ਰਸ਼ਾਦਾ ਜਾਂ ਕੋਈ ਵੀ ਲੋੜ ਸੀ ਉਹ ਲੋੜ ਨੂੰ ਪੂਰੀਆ ਕਰਨਾ। ਤੇ ਮਾਂ ਨੇ ਇਹ ਵੀ ਸਮਝਾਇਆ ਸੀ, ਪੁੱਤ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਦਾ ਕਿਲ੍ਹਾ ਨਹੀਂ ਛੱਡਿਆ। ਅੱਜ ਵੀ ਗੁਰੂ ਕੇ ਸਿੱਖ ਜਿਹੜੇ ਨੇ, ਜਿਹੜੇ ਹਕੂਮਤ ਦੇ ਵੱਲੋਂ ਬਾਗੀ ਮੰਨੇ ਗਏ ਨੇ ਜਾਂ ਹਕੂਮਤ ਦੇ ਨਾਲ ਟੱਕਰ ਲੈ ਰਹੇ ਨੇ, ਇਸ ਜ਼ੁਲਮੀ ਰਾਜ ਨੂੰ ਉਹਦੀਆਂ ਜੜ੍ਹਾਂ ਪੁੱਟਣ ਦੇ ਵਾਸਤੇ ਸੰਘਰਸ਼ ਕਰ ਰਹੇ ਨੇ, ਜੰਗਲਾਂ ਬੀਆਬਾਨਾਂ ਦੇ ਵਿੱਚ ਆਪਣਾ ਰਹਿਣ ਬਸੇਰਾ ਕਰ ਰਹੇ ਨੇ, ਅੱਜ ਵੀ ਉਹਨਾਂ ਨੇ ਆਪਣੇ ਘਰ ਛੱਡੇ ਹੋਏ ਨੇ। ਤੇ ਮਾਂ ਆਪਾਂ ਕੀ ਕਰ ਸਕਦੇ ਹਾਂ ਉਹਨਾਂ ਵਾਸਤੇ? ਪੁੱਤਰ ਜਿੱਥੇ ਆਪਣੇ ਘਰ ਦੇ ਵਿੱਚ ਆਏ ਹੋਏ ਕਿਸੇ ਲੋੜਵੰਦ, ਕਿਸੇ ਭੁੱਖੇ ਨੂੰ ਆਪਾਂ ਰਜਾ ਕੇ ਤੋਰਦੇ ਹਾਂ, ਉਹਦੀ ਲੋੜ ਪੂਰੀ ਕਰਕੇ ਤੋਰਦੇ ਹਾਂ, ਉੱਥੇ ਮੈਂ ਚਾਹੁੰਦੀ ਹਾਂ ਕਿ ਜਿਹੜੇ ਜੁਝਾਰੂ ਸਿੱਖ ਨੇ, ਜਿਹੜੇ ਜੰਗਲਾਂ ਦੇ ਵਿੱਚ ਰਹਿ ਕਰਕੇ ਹਕੂਮਤ ਦਾ, ਸਰਕਾਰ ਦਾ ਮੁਕਾਬਲਾ ਕਰ ਰਹੇ ਨੇ, ਉਹਨਾਂ ਨੂੰ ਵੀ ਰੋਟੀ ਪਾਣੀ ਦੀ ਲੋੜ ਹੈ, ਦਾਲ ਫੁਲਕੇ ਦੀ ਲੋੜ ਹੈ। ਮੈਂ ਚਾਹੁੰਦੀ ਹਾਂ ਕਿ ਇੱਥੇ ਦਾਲ ਫੁਲਕਾ ਰੋਟੀ ਅਸੀਂ ਤਿਆਰ ਕਰਦਿਆਂ ਕਰਾਂਗੀਆਂ, ਤੂੰ ਰਾਤ ਨੂੰ ਉਹਨਾਂ ਜੁਝਾਰੂ ਸਿੱਖਾਂ ਨੂੰ ਜੰਗਲ ਦੇ ਵਿੱਚ ਜਿੱਥੇ ਕਿੱਥੇ ਉਹ ਰਹਿੰਦੇ ਨੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਣ ਦੀ ਸੇਵਾ ਲੈ। ਤੇ ਭਾਈ ਤਾਰੂ ਸਿੰਘ ਜੀ ਨਿਰੰਤਰ ਉਹ ਸੇਵਾ ਕਰਦੇ ਨੇ। ਤੇ ਗੁਰਮੁਖੋ ਇਲਾਕੇ ਦੇ ਵਿੱਚ, ਉਸ ਨਗਰ ਦੇ ਵਿੱਚ ਵੀ ਬੜਾ ਪਿਆਰ ਬਣਿਆ ਹੋਇਆ ਹੈ, ਕਿਉਂਕਿ ਬਹੁਤ ਸਾਰਿਆਂ ਦੀਆਂ ਜਿਹੜੀਆਂ ਅੱਖਾਂ ਨੇ ਉਹ ਭਾਈ ਤਾਰੂ ਸਿੰਘ ਜੀ ਦੇ ਘਰ ਵੱਲ ਝਾਕ ਰੱਖਦੀਆਂ ਨੇ। ਕਿਉਂ ਝਾਕ ਰੱਖਦੀਆਂ ਨੇ? ਕਿਉਂਕਿ ਭਾਈ ਤਾਰੂ ਸਿੰਘ ਜੀ ਦੇ ਘਰ ਵਿੱਚ ਕੋਈ ਲੋੜਵੰਦ ਆ ਜਾਂਦਾ ਹੈ, ਕੋਈ ਦੁਖਿਆਰਾ ਆ ਜਾਂਦਾ ਹੈ, ਭਾਈ ਤਾਰੂ ਸਿੰਘ ਜੀ ਉਹਨੂੰ ਨਿਰਾਸ਼ ਕਰਕੇ ਨਹੀਂ ਭੇਜਦੇ, ਉਹਦੀ ਬਾਂਹ ਜ਼ਰੂਰ ਫੜਦੇ ਨੇ। ਸ਼ਾਮ ਦਾ ਵਕਤ ਹੋਇਆ, ਕਿਸੇ ਨੇ ਆ ਕੇ ਦਰਵਾਜ਼ਾ ਖੜਕਾਇਆ, ਹਨੇਰਾ ਪੈਣ ਵਾਲਾ ਹੈ, ਇਧਰੋਂ ਲੰਗਰ ਪਾਣੀ ਪ੍ਰਸ਼ਾਦਾ ਬਿਲਕੁਲ ਤਿਆਰ ਹੈ। ਦਰਵਾਜ਼ਾ ਖੋਲਿਆ, ਇੱਕ ਬਜ਼ੁਰਗ ਹੈ ਜਿਹਦਾ ਨਾਮ ਹੈ ਰਹੀਮ ਬਖਸ਼। ਜਦੋਂ ਉਹਦਾ ਚਿਹਰਾ ਵੇਖਿਆ ਤੇ ਫਤਿਹ ਬੁਲਾਈ, ਸਤਿ ਸ੍ਰੀ ਅਕਾਲ ਬੁਲਾਈ। ਬਾਪੂ ਜੀ ਸਤਿ ਸ੍ਰੀ ਅਕਾਲ, ਕਿਵੇਂ ਆਉਣਾ ਹੋਇਆ? ਕਹਿਣ ਲੱਗੇ, ਪੁੱਤ ਅੰਦਰ ਬੈਠ ਕੇ ਸਾਰੀ ਤੈਨੂੰ ਗੱਲ ਦੱਸਦਾ ਵਾਂ। ਚਿਹਰੇ ਉੱਤੇ ਨਿਰਾਸ਼ਤਾ ਹੈ, ਚਿਹਰੇ ਉੱਤੇ ਚਿੰਤਾ ਹੈ, ਗਮ ਹੈ। ਕਹਿਣ ਲੱਗੇ, ਬਾਪੂ ਜੀ ਬੈਠੋ, ਲੰਗਰ ਪਾਣੀ ਫੁਲਕਾ ਤਿਆਰ ਹੈ ਬਿਲਕੁਲ, ਪਹਿਲਾਂ ਫੁਲਕਾ ਛਕੋ, ਲੰਗਰ ਛਕੋ, ਫਿਰ ਬਾਕੀ ਦੀ ਗੱਲਬਾਤ ਆਪਾਂ ਸਾਂਝੀ ਕਰਦੇ ਹਾਂ। ਰਹੀਮ ਬਖਸ਼ ਮੰਜਾ ਡੱਠਾ ਹੋਇਆ ਸੀ ਭਾਈ ਤਾਰੂ ਸਿੰਘ ਜੀ ਦਾ, ਉਸ ਮੰਜੇ ਦੇ ਉੱਤੇ ਬਹਿ ਜਾਂਦਾ ਹੈ। ਤੇ ਮਾਂ ਨੇ ਜੋ ਫੁਲਕਾ ਲੰਗਰ ਤਿਆਰ ਕੀਤਾ ਸੀ ਥਾਲੀ ਦੇ ਵਿੱਚ ਪਰੋਸਿਆ। ਭਾਈ ਤਾਰੂ ਸਿੰਘ ਜੀ ਉਹ ਦਾਲ ਫੁਲਕਾ ਲੈ ਕੇ ਆਏ ਨੇ ਤੇ ਰਹੀਮ ਬਖਸ਼ ਦੇ ਅੱਗੇ ਰੱਖ ਦਿੱਤਾ। ਕਹਿਣ ਲੱਗੇ, ਬਾਪੂ ਜੀ ਆ
ਪ੍ਰਸ਼ਾਦਾ ਪਹਿਲਾਂ ਛਕੋ, ਕਿਉਂਕਿ ਸ਼ਾਮ ਦਾ ਵਕਤ ਹੈ ਤੇ ਤੁਸੀਂ ਆਏ ਵੀ ਪ੍ਰਸ਼ਾਦੇ ਦੇ ਟਾਈਮ ਤੇ ਹੋ ਤੇ ਗੁਰੂ ਨਾਨਕ ਦਾ ਘਰ ਹੈ। ਮੇਰੇ ਘਰ ਦੇ ਵਿੱਚ ਜਦੋਂ ਕੋਈ ਪ੍ਰਸ਼ਾਦੇ ਦੇ ਟਾਈਮ ਤੇ ਆਉਂਦਾ ਮੈਂ ਪ੍ਰਸ਼ਾਦਾ ਛਕਾਉਣਾ ਵਾ, ਜਦੋਂ ਚਾਹ ਪਾਣੀ ਦੇ ਟਾਈਮ ਤੇ ਆਉਂਦਾ ਮੈਂ ਚਾਹ ਪਾਣੀ, ਉਹਦੀ ਲੋੜ ਨੂੰ ਵੇਖ ਕੇ ਮੈਂ ਉਹਨੂੰ ਹਰ ਪੱਖੋਂ ਮੈਂ ਛਕਾ ਕੇ ਭੇਜਦਾ ਵਾਂ, ਮੈਂ ਭੁੱਖਿਆ ਨਹੀਂ ਭੇਜਦਾ। ਬੁਰਕੀ ਤੋੜੀ ਤੇ ਸੀ, ਪਰ ਜਦੋਂ ਮੂੰਹ ਦੇ ਵਿੱਚ ਪਾਣ ਲੱਗੇ ਅੱਖਾਂ ਦੇ ਵਿੱਚੋਂ ਅਥਰੂ ਵਗ ਆਏ, ਨਿਵਾਲਾ ਥੱਲੇ ਰੱਖ ਦਿੱਤਾ। ਕਹਿਣ ਲੱਗੇ ਬਾਪੂ ਜੀ ਕੀ ਹੋਇਆ, ਅੱਖਾਂ ਦੇ ਵਿੱਚ ਅਥਰੂ ਕਿਉਂ ਨੇ, ਤੁਹਾਡੇ ਮੂੰਹ ਦੇ ਵਿੱਚ ਨਿਵਾਲਾ ਕਿਉਂ ਨਹੀਂ ਜਾ ਰਿਹਾ? ਕਹਿਣ ਲੱਗੇ ਪੁੱਤ, ਜਿੱਦੀ ਨੌਜਵਾਨ ਸੁੰਦਰ ਧੀ ਨੂੰ ਕੋਈ ਹਾਕਮ ਜਬਰਨ ਚੁੱਕ ਕੇ ਲੈ ਜਾਵੇ ਤੇ ਉਹਦੀ ਇੱਜ਼ਤ ਨੂੰ ਤਾਰ-ਤਾਰ ਕਰਨਾ ਚਾਵੇ, ਉਹ ਬਾਪ ਕਿਵੇਂ ਨਿਵਾਲਾ ਤੋੜ ਕੇ ਬੁਰਕੀ ਤੋੜ ਕੇ ਮੂੰਹ ਦੇ ਵਿੱਚ ਪਾ ਸਕਦਾ ਹੈ? ਮੈਂ ਤੇ ਤੇਰੇ ਕੋਲ ਆਇਆ ਵਾਂ ਕਿ ਮੇਰੀ ਧੀ ਨੂੰ ਹਾਕਮ ਚੁੱਕ ਕੇ ਲੈ ਗਿਆ ਹੈ, ਉਹਦੀ ਸੁੰਦਰਤਾ ਉਹਦੀ ਜਵਾਨੀ ਹੀ ਉਹਦੀ ਦੁਸ਼ਮਣ ਬਣ ਗਈ। ਉਹ ਉਹਦੀ ਬਾਪ ਦੀ ਉਮਰ ਦਾ ਮੇਰੀ ਉਮਰ ਦਾ ਹੈ ਤੇ ਜਬਰਨ ਉਹ ਮੇਰੀ ਧੀ ਨੂੰ ਵਿਆਹਣਾ ਚਾਹੁੰਦਾ, ਉਹਦੇ ਨਾਲ ਨਿਕਾਹ ਕਰਨਾ ਚਾਹੁੰਦਾ ਹੈ। ਪਰ ਮੇਰੀ ਧੀ ਕਹਿੰਦੀ ਆ ਮੈਂ ਮਰ ਜਾਵਾਂਗੀ, ਉਹਦੇ ਨਾਲ ਨਿਕਾਹ ਨਹੀਂ ਕਰਾਂਗੀ। ਮੈਨੂੰ 6 ਦਿਨ ਹੋ ਗਏ ਨੇ ਧੱਕਿਆਂ ਖਾਂਦਿਆਂ ਨੂੰ। ਉਹਨੇ 6 ਦਿਨ ਦਾ ਟਾਈਮ ਦਿੱਤਾ ਉਸ ਹਾਕਮ ਨੇ, ਆਪਣੀ ਧੀ ਨੂੰ ਮਨਾ ਲਾ, ਨਹੀਂ ਤੇ ਮੈਂ ਜਬਰਨ ਇਹਦੇ ਨਾਲ ਨਿਕਾਹ ਕਰਾਂਗਾ, ਇਹਦੀ ਪੱਤ ਨੂੰ ਤਾਰ-ਤਾਰ ਕਰ ਦਿਆਂਗਾ। ਕਹਿਣ ਲੱਗੇ ਮੈਂ ਆਪਣੀ ਧੀ ਕੋਲ ਗਿਆ ਸਾਂ, ਮੇਰੀ ਧੀ ਨੇ ਇੱਕੋ ਗੱਲ ਆਖੀ, ਜਾਂ ਤੇ ਹਾਕਮ ਦੇ ਕੋਲ ਜਾਓ। ਕਹਿਣ ਲੱਗੇ ਮੈਂ ਹਾਕਮ ਦੇ ਕੋਲ ਵੀ ਜਾ ਕੇ ਵੇਖ ਲਿਆ ਹੈ, ਖਾਨ ਬਹਾਦਰ ਜ਼ਕਰੀਆ ਖਾਨ ਉਸ ਵਕਤ ਲਾਹੌਰ ਦਾ ਨਵਾਬ ਹੈ। ਕਹਿੰਦੇ ਮੈਂ ਉਸ ਦੇ ਕੋਲ ਜਾ ਕੇ ਵੇਖ ਲਿਆ, ਪਰ ਉਸਨੇ ਮੇਰੀ ਕੋਈ ਬਾਹ ਨਾ ਫੜੀ। ਜਦੋਂ ਮੈਂ ਨਿਰਾਸ਼ ਹੋ ਕੇ ਆਇਆ, ਮੇਰੀ ਧੀ ਨੇ ਆਖਿਆ ਸੀ ਜੇ ਹਾਕਮ ਤੁਹਾਡੀ ਗੱਲਬਾਤ ਨਾ ਸੁਣੇ, ਸਰਕਾਰ ਤੁਹਾਡੀ ਗੱਲਬਾਤ ਨਾ ਸੁਣੇ, ਤੇ ਤੁਸੀਂ ਕੇਵਲ ਸਿੱਖਾਂ ਦੇ ਕੋਲ ਚਲਿਆ ਜਾਓ। ਇੱਕ ਵੀ ਸਿੱਖ ਤੁਹਾਨੂੰ ਮਿਲ ਗਿਆ ਨਾ ਤੇ ਮੇਰੀ ਇੱਜ਼ਤ ਬਚ ਸਕਦੀ ਹੈ, ਤੁਹਾਡੀ ਧੀ ਤੁਹਾਡੇ ਕੋਲ ਵਾਪਸ ਆ ਸਕਦੀ ਹੈ। ਤੇ ਕਹਿਣ ਲੱਗੀ ਮੇਰੀ ਧੀ ਨੇ ਸਿੱਖਾਂ ਦਾ ਵਾਸਤਾ ਪਾ ਕੇ, ਗੁਰੂ ਗੋਬਿੰਦ ਸਿੰਘ ਜੀ ਦਾ ਵਾਸਤਾ ਪਾ ਕੇ, ਪੁੱਤ ਤੂੰ ਮੈਨੂੰ ਬਾਪੂ ਆਖਿਆ ਨਾ, ਮੇਰਾ ਆਪਣਾ ਕੋਈ ਪੁੱਤਰ ਨਹੀਂ ਹੈ। ਜੇ ਮੇਰਾ ਆਪਣਾ ਕੋਈ ਪੁੱਤਰ ਹੁੰਦਾ ਤੇ ਅੱਜ ਜ਼ਰੂਰ ਮੇਰੀ ਧੀ ਨੂੰ ਛਡਾ ਕੇ ਲਿਆਉਂਦਾ। ਤੇ ਮੇਰੀ ਧੀ ਦਾ ਵਾਸਤਾ ਹੈ ਵੀ ਜੇ ਸਰਕਾਰ ਨਾ ਸੁਣੇ, ਹਾਕਮ ਨਾ ਸੁਣਨ, ਤੇ ਤੁਸੀਂ ਸਿੱਖ ਦੇ ਘਰ ਵਿੱਚ ਚਲੇ ਜਾਇਓ, ਸਿੱਖਾਂ ਦੇ ਕੋਲ ਚਲੇ ਜਾਇਓ। ਮੈਂ ਸਿੱਖਾਂ ਦੇ ਘਰ ਦੇ ਵਿੱਚ ਭਾਈ ਤਾਰੂ ਸਿੰਘ ਅੱਜ ਤੇਰੇ ਕੋਲ ਆਇਆ ਵਾਂ, ਕਿਸੇ ਨਾ ਕਿਸੇ ਤਰੀਕੇ ਨਾਲ ਮੇਰੀ ਧੀ ਨੂੰ ਵਾਪਸ ਲਿਆ ਦੇ। ਅੱਖਾਂ ਦੇ ਵਿੱਚੋਂ ਹੰਝੂ ਨੇ। ਭਾਈ ਤਾਰੂ ਸਿੰਘ ਜੀ ਕਹਿੰਦੇ ਬਾਪੂ ਜੀ ਤੁਹਾਡੇ ਇੱਕ ਇੱਕ ਹੰਝੂ ਦਾ ਮੈਂ ਮੁੱਲ ਮੋੜ ਕੇ ਰਵਾਂਗਾ। ਕਹਿਣ ਲੱਗੇ ਅੱਜ ਦੀ ਰਾਤ ਹੀ ਸਵੇਰੇ ਧੀ ਤੁਹਾਡੇ ਕੋਲ ਹੋਵੇਗੀ। ਕਹਿਣ ਲੱਗੇ ਅੱਜ ਦੀ ਰਾਤ ਮੇਰੇ ਕੋਲ ਧੀ ਮੇਰੀ ਵਾਪਸ ਆ ਸਕਦੀ? ਕਹਿਣ ਲੱਗੇ ਹਾਂ। ਕਹਿਣ ਲੱਗੇ ਤੁਸੀਂ ਘਰ ਦੇ ਵਿੱਚ ਹੀ ਟਿਕਣਾ, ਤੁਸੀਂ ਪ੍ਰਸ਼ਾਦਾ ਛਕੋ। ਬਜ਼ੁਰਗ ਨੇ ਪ੍ਰਸ਼ਾਦਾ ਛਕਿਆ, ਹੌਸਲਾ ਮਿਲਿਆ, ਧੀਰਜ ਮਿਲਿਆ। ਭਾਈ ਤਾਰੂ ਸਿੰਘ ਜੀ ਉਹ ਬੰਨ ਕੇ ਪੰਡ ਪ੍ਰਸ਼ਾਦਿਆਂ ਦੀ ਨਾਲ ਬਾਲਟੀ ਦੇ ਵਿੱਚ ਪਾ ਕੇ, ਦਾਲ ਜਿਹੜੇ ਜੁਝਾਰੂ ਸਿੱਖ ਸਨ, ਸੰਘਰਸ਼ਸ਼ੀਲ ਸਨ ਜੰਗਲਾਂ ਦੇ ਵਿੱਚ, ਉਹਨਾਂ ਦੇ ਕੋਲ ਚਲਿਆ ਗਿਆ। ਪ੍ਰਸ਼ਾਦਾ ਲੈ ਕੇ ਗਿਆ ਸਿੰਘਾਂ ਦੇ ਕੋਲ, ਪੰਡ ਉਤਾਰੀ, ਦਾਲ ਲਾਈ ਤੇ ਸਿੱਖਾਂ ਨੂੰ ਪ੍ਰਸ਼ਾਦਾ ਲੱਗਾ ਛਕਾਉਣ। ਤੇ ਸਿੱਖਾਂ ਨੇ ਨਾ ਅੱਜ ਭਾਈ ਤਾਰੂ ਸਿੰਘ ਜੀ ਦੇ ਚਿਹਰੇ ਤੇ ਥੋੜੀ ਜਿਹੀ ਚਿੰਤਾ, ਥੋੜਾ ਜਿਹਾ ਗਮ ਵੇਖ ਲਿਆ। ਨਿਰਾਸ਼ਤਾ ਹੁੰਦੀ ਹੈ ਨਾ, ਥੋੜਾ ਜਿਹਾ ਗਮ, ਥੋੜੀ ਜਿਹੀ ਚਿੰਤਾ ਵੇਖ ਲਈ। ਸਿੱਖਾਂ ਨੇ ਪੁੱਛਿਆ ਵੀ ਤਾਰੂ ਸਿੰਘਾ ਅੱਜ ਕੀ ਗੱਲ ਹੈ? ਰੋਜ਼ਾਨਾ ਤੂੰ ਪ੍ਰਸ਼ਾਦਾ ਲੈ ਕੇ ਸਾਡੇ ਵਾਸਤੇ ਆਉਣਾ, ਬੜਾ ਖਿੜਿਆ ਚਿਹਰਾ ਲੈ ਕੇ ਆਉਣਾ ਹੈ, ਤੇਰੇ ਚਿਹਰੇ ਤੇ ਮੁਸਕਰਾਹਟ ਹੁੰਦੀ ਹੈ, ਪਰ ਅੱਜ ਗਮਗੀਨ ਹਾਲਤ ਕਿਉਂ? ਅੱਜ ਚਿਹਰੇ ਤੇ ਚਿੰਤਾ ਕਿਉਂ? ਭਾਈ ਤਾਰੂ ਸਿੰਘ ਜੀ ਕਹਿੰਦੇ ਤੁਸੀਂ ਪਹਿਲਾਂ ਸਿੰਘੋ ਪ੍ਰਸ਼ਾਦਾ ਛਕ ਲਵੋ, ਸਾਰੀ ਗੱਲ ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗਾ। ਸਿੱਖਾਂ ਨੇ ਪ੍ਰਸ਼ਾਦਾ ਛਕ ਲਿਆ। ਕਹਿਣ ਲੱਗੇ ਹੁਣ ਦੱਸ। ਕਹਿਣ ਲੱਗੇ ਗੱਲ ਇਹ ਹੈ ਕਿ ਮੇਰੇ ਘਰ ਮੇਰੇ ਹੀ ਪਿੰਡ ਦਾ ਰਹੀਮ ਬਖਸ਼ ਬਜ਼ੁਰਗ ਬਾਬਾ ਆ ਕੇ ਬੈਠਾ ਹੈ। ਉਹਦੀ ਧੀ ਨੂੰ ਦੂਸਰੇ ਨਗਰ ਦਾ
ਹਾਕਮ ਚੁੱਕ ਕੇ ਜਬਰਨ ਲੈ ਗਿਆ ਹੈ ਤੇ ਉਹਦੇ ਨਾਲ ਨਿਕਾਹ ਕਰਨਾ ਚਾਹੁੰਦਾ ਹੈ। ਉਹਦੀ ਧੀ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਵਾਸਤਾ ਪਾਇਆ ਹੈ। ਉਹਦੀ ਧੀ ਨੇ ਸ਼ਹੀਦਾਂ ਮੁਰੀਦਾਂ ਸਿੱਖਾਂ ਦਾ ਵਾਸਤਾ ਪਾਇਆ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਇਹ ਸ਼ਹੀਦ ਸਿੱਖ ਮਰਜੀਵੜੇ ਯੋਧੇ ਮੇਰੀ ਇੱਜ਼ਤ ਪੱਤ ਨੂੰ ਬਚਾ ਸਕਦੇ ਨੇ। ਉਹਦੀ ਧੀ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਚਾਇਆ ਜਾਏ। ਜੇ ਅੱਜ ਰਾਤ ਤੱਕ ਉਹਦੀ ਧੀ ਵਾਪਸ ਨਾ ਆਈ, ਕੱਲ ਨੂੰ ਉਸ ਜ਼ਾਲਮ ਨੇ ਉਹਦੇ ਨਾਲ ਜਬਰਨ ਨਿਕਾਹ ਕਰ ਲੈਣਾ ਹੈ। ਤੇ ਸਿੱਖਾਂ ਨੇ ਤਿਆਰੀ ਕੀਤੀ, ਕਹਿਣ ਲੱਗੇ ਰਹੀਮ ਬਖਸ਼ ਨੂੰ ਸਾਡੇ ਨਾਲ ਹੀ ਜਾਣਾ ਪਏਗਾ। ਭਾਈ ਤਾਰੂ ਸਿੰਘ ਜੀ ਦੇ ਘਰ ਸਾਰੇ ਉਹ ਸਿੱਖ ਆਉਂਦੇ ਨੇ। ਉਸ ਰਹੀਮ ਬਖਸ਼ ਨੂੰ ਪਿੱਛੇ ਘੋੜੇ ਤੇ ਬਿਠਾਇਆ ਜਾਂਦਾ ਹੈ। ਕਹਿਣ ਲੱਗੇ ਤੁਹਾਨੂੰ ਇਸ ਕਰਕੇ ਨਾਲ ਲੈ ਕੇ ਜਾ ਰਹੇ ਹਾਂ ਵੀ ਉਸ ਉੱਚੀ ਹਵੇਲੀ ਹਾਕਮ ਦੀ ਵਿੱਚ ਪਹਿਲਾਂ ਤੁਸੀਂ ਅੰਦਰ ਜਾਓਗੇ ਆਪਣੀ ਧੀ ਨੂੰ ਮਿਲਣ ਦੇ ਬਹਾਨੇ। ਕਹਿਣ ਲੱਗੇ ਇਸ ਤਰ੍ਹਾਂ ਤੇ ਸਾਨੂੰ ਉਹਨਾਂ ਨੇ ਅੰਦਰ ਵੜ ਨਹੀਂ ਦੇਣਾ, ਅਸੀਂ ਪਾਸੇ ਹੋ ਕਰਕੇ ਜਦੋਂ ਤੁਸੀਂ ਅੰਦਰ ਜਾਓਗੇ ਉਹ ਗੇਟ ਖੋਲਣਗੇ, ਉਸੇ ਵਕਤ ਮੌਕਾ ਪਾ ਕੇ ਅਸੀਂ ਅੰਦਰ ਵੜ ਜਾਵਾਂਗੇ। ਇਸ ਤਰ੍ਹਾਂ ਹੀ ਹੋਇਆ। ਰਹੀਮ ਬਖਸ਼ ਪਹਿਲਾਂ ਜਾ ਕੇ ਦਰਵਾਜ਼ਾ ਖੜਕਾਉਂਦਾ ਹੈ। ਅੱਗੇ ਪਹਿਰੇਦਾਰ ਉਸ ਹਾਕਮ ਦੇ ਸੈਨਿਕ ਲੱਗੇ ਹੋਏ ਨੇ, ਤਿਆਰ ਬਰ ਤਿਆਰ ਹਥਿਆਰ ਲੈ ਕੇ ਖਲੋਤੇ ਨੇ। ਉਹਨਾਂ ਨੇ ਦਰਵਾਜ਼ਾ ਖੋਲਿਆ। ਕਹਿਣ ਲੱਗੇ ਇਸ ਵਕਤ ਰਹੀਮ ਬਖਸ਼ ਕਹਿਣ ਲੱਗੇ ਮੈਂ ਆਪਣੀ ਧੀ ਨੂੰ ਮਿਲਣ ਵਾਸਤੇ ਆਇਆ ਵਾਂ, ਕਿਉਂਕਿ ਕੱਲ ਅੱਜ ਰਾਤ ਦਾ ਸਮਾਂ ਮੇਰੀ ਧੀ ਦੇ ਕੋਲ, ਮੈਂ ਆਪਣੀ ਧੀ ਨੂੰ ਸਮਝਾਉਣਾ ਚਾਹੁੰਦਾ ਵਾਂ ਵੀ ਤੂੰ ਸਵੇਰੇ ਉਹਦੇ ਨਾਲ ਨਿਕਾਹ ਕਰ ਲਾ, ਹੋਰ ਸਾਡੇ ਕੋਲ ਕੋਈ ਚਾਰਾ ਨਹੀਂ। ਉਹ ਖੁਸ਼ ਹੋਏ ਵੀ ਆਪਣੀ ਧੀ ਨੂੰ ਸਮਝਾਉਣ ਵਾਸਤੇ ਆਇਆ ਹੈ। ਉਹਨਾਂ ਨੇ ਦਰਵਾਜ਼ਾ ਖੋਲਿਆ। ਜਦੋਂ ਦਰਵਾਜ਼ਾ ਪੂਰਾ ਖੋਲਿਆ, ਜਿੱਥੇ ਰਹੀਮ ਬਖਸ਼ ਅੰਦਰ ਗਿਆ ਤੇ ਉਧਰੋਂ ਧੀ ਦੀ ਆਵਾਜ਼ ਵੀ ਪਈ, ਮੈਂ ਬਾਪੂ ਇਸ ਕਮਰੇ ਦੇ ਵਿੱਚ ਆ, ਚੌਥੇ ਪੰਜਵੇਂ ਕਮਰੇ ਦੇ ਵਿੱਚ ਆ, ਪਤਾ ਲੱਗ ਗਿਆ। ਤੇ ਸਿੰਘ ਇੱਕੋ ਦਮ ਬਿਜਲੀ ਦੀ ਫੁਰਤੀ ਵਾਂਗੂ ਅੰਦਰ ਵੜਦੇ ਨੇ। ਜਿਹੜੇ ਪਹਿਰੇਦਾਰ ਉੱਥੇ ਸੈਨਿਕ ਖਲੋਤੇ ਹੁੰਦੇ ਨੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ। ਉੱਥੇ ਹਾਕਮ ਨੂੰ ਵੀ ਸੋਧਾ ਲਾਇਆ ਜਾਂਦਾ ਹੈ। ਰਾਤੋਂ ਰਾਤ ਰਹੀਮ ਬਖਸ਼ ਦੀ ਧੀ ਛੁਡਾ ਕਰਕੇ ਉਹਦੇ ਘਰ ਵਾਪਸ ਲਿਆਂਦੀ ਜਾਂਦੀ ਹੈ। ਵੇਖੋ ਜੀ, ਜਵਾਨੀ ਦੇ ਵਿੱਚ ਬੰਦਾ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟਦਾ ਹੈ, ਪਰ 25 ਸਾਲ ਦਾ ਨੌਜਵਾਨ ਭਾਈ ਤਾਰੂ ਸਿੰਘ ਆਪਣੇ ਹੀ ਪਿੰਡ ਦੀ ਰਹਿਣ ਵਾਲੀ ਇੱਕ ਮੁਸਲਮਾਨ ਦੀ ਧੀ ਦੀ ਇੱਜ਼ਤ ਨੂੰ ਬਚਾਉਂਦਾ ਹੈ, ਉਹਨੂੰ ਬਚਾ ਕੇ ਉਹਦੇ ਘਰ ਵਾਪਸ ਲਿਆਉਂਦਾ ਹੈ। ਇਹ ਹੈ ਕਿਰਦਾਰ ਭਾਈ ਤਾਰੂ ਸਿੰਘ ਜੀ ਦਾ। ਦੂਜੇ ਪਾਸੇ ਜ਼ਕਰੀਆ ਖਾਨ ਬੜਾ ਕਲਪਿਆ ਹੋਇਆ ਹੈ। ਉਹਦੇ ਕਲਪਣ ਦਾ ਕਾਰਨ ਪਤਾ ਕੀ ਹੈ? ਉਹ 1726 ਦੇ ਵਿੱਚ ਉਹ ਲਾਹੌਰ ਦਾ ਹਾਕਮ ਬਣਦਾ ਹੈ। ਤੇ ਹਾਕਮ ਬਣਨ ਤੋਂ ਪਹਿਲਾਂ ਜਦੋਂ ਅਹਿਮਦ ਸ਼ਾਹ ਅਬਦਾਲੀ ਜਿਹੜਾ ਹੈ ਵਾਰ-ਵਾਰ ਹਿੰਦੁਸਤਾਨ ਦੇ ਉੱਤੇ ਹਮਲਾ ਕਰਦਾ ਹੈ, ਇੱਕ ਹਮਲੇ ਦੇ ਵਿੱਚ ਉਹਨੂੰ ਸਿੱਖਾਂ ਨੇ ਕਰਾਰੇ ਹੱਥ ਦਿਖਾਏ ਸਨ। ਉਹਦੇ ਕੋਲੋਂ ਹਿੰਦੁਸਤਾਨ ਦਾ ਲੁੱਟਿਆ ਹੋਇਆ ਸਾਰਾ ਮਾਲ ਧਨ ਦੌਲਤ ਖੋਲੀ ਗਈ ਸੀ। ਉਹਦੇ ਸਿਪਾਹੀਆਂ ਦਾ ਕਾਫੀ ਨੁਕਸਾਨ ਹੋਇਆ ਸੀ। ਤੇ ਉਹ ਜਦੋਂ ਸਵੇਰੇ ਵੇਖਦਾ ਹੈ ਕੁਝ ਸਿੰਘ ਵੀ ਸ਼ਹੀਦ ਹੋਏ ਸਨ, ਉਹ ਜ਼ਕਰੀਆ ਖਾਨ ਦੇ ਕੋਲ ਪੁੱਛਦਾ ਹੈ ਵੀ ਇਹ ਲੰਮੇ ਲੰਮੇ ਵਾਲਾਂ ਵਾਲੇ ਕੌਣ ਨੇ? ਇਹਨਾਂ ਨੇ ਮੇਰੇ ਉੱਤੇ ਹਮਲਾ ਕੀਤਾ, ਮੇਰੇ ਸਿਪਾਹੀਆਂ ਨੂੰ ਮਾਰਿਆ, ਸਾਰਾ ਕੁਝ ਲੁੱਟ ਲਟਾ ਕੇ ਲੈ ਗਏ ਨੇ। ਮੈਨੂੰ ਇਹਨਾਂ ਦੇ ਘਰ ਦੱਸ, ਇਹਨਾਂ ਦਾ ਖੁਰਾ ਖੋਜ ਮੈਂ ਮਿਟਾ ਦਿਆਂਗਾ। ਅੱਗੋਂ ਜ਼ਕਰੀਆ ਖਾਨ ਕਹਿੰਦਾ ਹੈ ਇਹਨਾਂ ਦਾ ਘਰ ਜੇ ਪੁੱਛੇ, ਇਹਨਾਂ ਦਾ ਘਰ ਜਿਹੜਾ ਹੈ ਘੋੜੇ ਦੀਆਂ ਕਾਠੀਆਂ ਨੇ। ਇਹ ਜੰਗਲਾਂ ਦੇ ਵਿੱਚ ਨਿਵਾਸ ਕਰਦੇ ਨੇ, ਘੋੜੇ ਦੀਆਂ ਕਾਠੀਆਂ ਦੇ ਉੱਤੇ ਰਹਿੰਦੇ ਨੇ। ਤੇ ਇਹਨਾਂ ਦਾ ਜਿਹੜਾ ਮੁਰਸ਼ਦ ਹੈ ਇਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਨੇ, ਲੰਬੇ ਲੰਬੇ ਕੇਸਾਂ ਵਾਲੇ। ਇਹਨਾਂ ਦੇ ਗੁਰਾਂ ਨੇ ਇਹਨਾਂ ਨੂੰ ਆਬੇ ਹਯਾਤ ਭਾਵ ਗੁਰਬਾਣੀ ਦਾ ਅੰਮ੍ਰਿਤ ਘੋਟ ਕੇ ਗੁਰਬਾਣੀ ਦੀ ਸਿੱਖਿਆ ਇਹਨਾਂ ਦੇ ਅੰਦਰ ਉਤਾਰ ਦਿੱਤੀ ਹੈ। ਗੁਰਬਾਣੀ ਦੇ ਵਿੱਚ ਇੰਨੀ ਤਾਕਤ ਹੈ, ਖੰਡੇ ਬਾਟੇ ਦੀ ਪੌਲ ਵਿੱਚ ਇੰਨੀ ਤਾਕਤ ਹੈ ਜੋ ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਦਿੱਤੀ ਹੈ ਵੀ ਜਿਹਨੂੰ ਗ੍ਰਹਿਣ ਕਰਕੇ ਬੁਝਦਿਲ ਕਾਇਰ ਬੰਦਾ ਵੀ ਸ਼ੇਰ ਬਣ ਜਾਂਦਾ ਹੈ, ਮੌਤ ਨੂੰ ਮਖੌਲਾਂ ਕਰਨ ਲੱਗ ਪੈਂਦਾ ਹੈ। ਕਹਿੰਦੇ ਮੁਰਸ਼ਿਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦਇਓ ਹੈ, ਗਜਬ ਅਸਰ ਤਿਸਕਾ ਹਮ ਦੇਖਾ, ਬੁਝਦਿਲ ਸਿੰਘ ਪੀ ਹੋਤ ਬਸੇਖਾ। ਜਦੋਂ ਸਿੱਖਾਂ ਦੀ ਸਿਫਤ ਸੁਣੀ ਜ਼ਕਰੀਆ ਖਾਨ ਦੇ ਕੋਲੋਂ ਤੇ ਅਹਿਮਦ ਸ਼ਾਹ ਅਬਦਾਲੀ ਪੇਸ਼ੇਨ ਗੋਈ ਕਰਦਾ ਹੈ। ਉਹ ਕਹਿੰਦਾ ਹੈ ਜਿਨ੍ਹਾਂ ਸਿੱਖਾਂ ਦੀਆਂ ਸਿਫਤਾਂ ਤੂੰ ਸੁਣਾ ਰਿਹਾ ਨਾ ਵੀ ਇਹੋ ਜਿਹੇ ਕਿਰਦਾਰ
ਇਹੋ ਜਿਹੇ ਜੀਵਨ ਵਾਲੇ ਜੁਝਾਰੂ ਯੋਧੇ ਨੇ। ਵੇਖੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹਾਕਮ ਬਣਨਗੇ, ਇਹ ਰਾਜੇ ਬਣਨਗੇ। ਹੁਣ ਜਦੋਂ ਜ਼ਕਰੀਆ ਖਾਨ ਖੁਦ ਲਾਹੌਰ ਦਾ ਹਾਕਮ ਬਣਦਾ ਹੈ, ਉਹ ਜਿਹੜੀ ਪੇਸ਼ੇਨ ਗੋਈ ਹੈ ਨਾ, ਉਹ ਸੱਚ ਹੋਣ ਦੀ ਸਾਬਤ ਹੋ ਰਹੀ ਹੈ ਜਿਹੜੀ ਅਹਿਮਦ ਸ਼ਾਹ ਅਬਦਾਲੀ ਨੇ ਕੀਤੀ ਸੀ। ਕਿਉਂਕਿ 1739 ਦੇ ਵਿੱਚ ਗਰਜਾ ਸਿੰਘ ਤੇ ਬੋਤਾ ਸਿੰਘ ਉਹ ਚੁੰਗੀ ਦੇ ਉੱਤੇ ਕਬਜ਼ਾ ਕਰਕੇ ਇਹਦੇ ਸਿਪਾਹੀਆਂ ਨੂੰ ਉੱਥੋਂ ਭਜਾ ਕੇ ਦੌੜਾ ਕੇ ਮਾਰ ਕੁੱਟ ਕਰਕੇ ਇੱਕ ਚਿੱਠੀ ਲਿਖਦੇ ਨੇ, ਭਾਬੋ ਖਾਨੋਂ ਲਿਖਦੇ ਨੇ। ਇਹਦੇ ਵਿੱਚ ਬੜੀ ਮਜ਼ਾਕ ਉੱਡਦੀ ਹੈ ਜ਼ਕਰੀਆ ਖਾਨ ਦੀ, ਕਿਉਂਕਿ ਜ਼ਕਰੀਆ ਖਾਨ ਨੇ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ ਹੋਏ ਸਨ। ਗਸ਼ਤੀ ਫੌਜਾਂ ਸਿੱਖਾਂ ਦਾ ਸ਼ਿਕਾਰ ਕਰਦੀਆਂ ਸਨ, ਇਸ ਕਰਕੇ ਸਿੱਖ ਜਿਹੜੇ ਸਨ ਉਹ ਜੰਗਲਾਂ ਬਿਆਬਾਨਾਂ ਦੇ ਵਿੱਚ ਕਈਆਂ ਸਾਲਾਂ ਤੋਂ ਰਹਿ ਰਹੇ ਸਨ ਤੇ ਇਹਨਾਂ ਦੇ ਨਾਲ ਆ ਕੇ ਦੋ ਹੱਥ ਕਰਦੇ ਸਨ। 10,000 ਸਿੱਖ ਕੱਲੇ ਜ਼ਕਰੀਆ ਖਾਨ ਨੇ ਕਤਲ ਕਰਵਾਇਆ ਹੈ ਆਪਣੇ, ਜਦੋਂ ਉਹ ਲਾਹੌਰ ਦਾ ਸ਼ਾਸਕ ਬਣਿਆ, ਹਾਕਮ ਬਣਿਆ। ਤੇ ਜਦੋਂ ਗਰਜਾ ਸਿੰਘ ਤੇ ਬੋਤਾ ਸਿੰਘ ਨੇ ਆ ਕੇ ਵੰਗਾਰਿਆ, ਉਹਦੇ ਕਈਆਂ ਸਿਪਾਹੀਆਂ ਨੂੰ ਖਤਮ ਕੀਤਾ। ਉਹ ਰਿੜਕ ਸੀ ਉਹਦੇ ਅੰਦਰ ਵੀ ਮੈਂ ਸਿੱਖ ਖਤਮ ਕਰਦਾ ਕਰਦਾ ਬੁੱਢਾ ਹੋ ਗਿਆ, ਮੇਰਾ ਪਿਤਾ ਅਬਦੁਲ ਸਮਦ ਖਾਂ ਮਰ ਗਿਆ, ਇਹ ਸਿੱਖ ਕਿਉਂ ਜਿਉਂਦੇ ਨੇ, ਕਿੱਥੋਂ ਇਹਨਾਂ ਦੇ ਅੰਦਰ ਇੰਨੀ ਤਾਕਤ ਆ ਜਾਂਦੀ ਹੈ। ਦੂਜਾ, ਜਦੋਂ 1740 ਦੇ ਵਿੱਚ ਮੱਸੇ ਰੰਗੜ ਦਾ ਸਿਰ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਵੀਰ ਕੋਟੀਆ ਵਾਲੇ ਵੱਢ ਦਿੰਦੇ ਨੇ, ਉਦੋਂ ਫਿਰ ਜ਼ਕਰੀਆ ਖਾਨ ਕਲਪਦਾ। ਇਹ ਗੱਲ ਵੱਖਰੀ ਹੈ ਕਿ ਮਹਿਤਾਬ ਸਿੰਘ ਨੂੰ ਚਰਖੜੀ ਤੇ ਚਾੜ ਕੇ ਸ਼ਹੀਦ ਕੀਤਾ ਜਾਂਦਾ ਹੈ। ਮਹਿਤਾਬ ਸਿੰਘ ਦਾ ਪੁੱਤਰ ਰਾਏ ਸਿੰਘ ਦਾ ਪੁੱਤਰ ਅਗੇ ਰਤਨ ਸਿੰਘ ਭੰਗੂ, ਜਿਸ ਇਤਿਹਾਸਕ ਗਾਥਾ ਨੂੰ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਦਾਸਤਾਨ ਨੂੰ ਮੈਂ ਸੁਣਾ ਰਿਹਾ ਵਾਂ, ਉਹ ਮਹਿਤਾਬ ਸਿੰਘ ਦਾ ਪੋਤਰਾ ਰਤਨ ਸਿੰਘ ਭੰਗੂ ਜਿਹਦਾ ਦਾਦਾ ਸ਼ਹੀਦ ਹੈ, ਉਹ ਲਿਖਦਾ, ਉਹਦੀ ਲਿਖਤ ਵਿੱਚੋਂ ਪੜ੍ਹ ਕੇ ਤੁਹਾਨੂੰ ਸੁਣਾ ਰਿਹਾ ਵਾਂ ਮੈਂ। ਗੁਰਮੁਖੋ, ਹੁਣ ਜ਼ਕਰੀਆ ਖਾਨ ਬੜਾ ਪਰੇਸ਼ਾਨ ਹੈ। ਸਿੱਖ ਥੋੜੀ ਜੀ ਟੁਕੜੀ ਲੈ ਕੇ ਆਉਂਦੇ ਨੇ ਤੇ ਇਹਦੇ ਉੱਤੇ ਹਮਲਾ ਕਰਦੇ ਨੇ। ਸਿੱਖਾਂ ਨੇ ਇਹਦਾ ਜੀਣਾ ਹਰਾਮ ਕੀਤਾ ਹੈ। ਇਹਨੇ ਜਿਹੜੇ ਮੁਲਖਈਏ ਨੇ, ਜਿਹੜੇ ਸੂਈਏ ਨੇ, ਖਾਸ ਕਰਕੇ ਇਸ ਦੇਸ਼ ਦੇ ਗਦਾਰ ਲੋਕ, ਸਿੱਖ ਪੰਥ ਦੇ ਗਦਾਰ ਲੋਕ, ਹਰਭਗਤ ਨਰੰਜੀਨੀਏ ਵਰਗੇ, ਇਹ ਸਾਰੇ ਇਕੱਠੇ ਕੀਤੇ ਨੇ ਆਪਣੇ। ਉਸਨੇ ਕਚਹਿਰੀ ਦੇ ਵਿੱਚ ਸਾਰੇ ਬੁਲਾਏ, ਉਹਨਾਂ ਸਾਰਿਆਂ ਨੂੰ ਇੱਕ ਸਵਾਲ ਕਰਦਾ ਹੈ। ਸਵਾਲ ਕੀ ਕਰਦਾ ਹੈ? ਨਵਾਬ ਮੁਲਖਈਨ ਸਿਓ ਪੁੱਛਿਓ ਸਿੰਘ ਰਿਜਕ ਕਹਾਂ ਤੇ ਪਾਏ, ਵੀ ਸਿੰਘ ਜਿਹੜੇ ਨੇ ਵੀ ਉਹ ਰਿਜਕ ਕਿੱਥੋਂ ਪ੍ਰਾਪਤ ਕਰਦੇ ਨੇ, ਰੋਟੀ ਪਾਣੀ ਕਿੱਥੋਂ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਨੈ ਹਲਵਾਈ ਨੈ ਉਗਰਾਈ ਨੈ ਚਾਕਰੀ ਬਣਜ ਕਰਾਏ, ਨਾ ਉਹ ਦੁਕਾਨਦਾਰੀ ਕਰ ਸਕਦੇ ਆ, ਨਾ ਉਹ ਖੇਤੀਬਾੜੀ ਕਰ ਸਕਦੇ ਆ, ਨਾ ਕੋਈ ਬਿਜ਼ਨਸ ਕਾਰੋਬਾਰ ਕਰ ਸਕਦੇ ਆ। ਸਾਰੇ ਪਾਸੇ ਤੇ ਮੈਂ ਕਹਿੰਦੇ ਨੇ ਗਸ਼ਤੀ ਫੌਜਾਂ ਲਾਈਆਂ ਹੋਈਆਂ ਨੇ, ਰੋਕਾਂ ਲਗਾਈਆਂ ਹੋਈਆਂ ਨੇ, ਪਹਿਰੇ ਲਾਏ ਹੋਏ ਨੇ। ਬਾਹਰ ਤੇ ਮੈਨੂੰ ਕੋਈ ਸਿੱਖ ਦਿਖਾਈ ਨਹੀਂ ਦਿੰਦਾ। ਜੇ ਜੰਗਲਾਂ ਬਿਆਬਾਨਾਂ ਦੇ ਵਿੱਚ ਵੀ ਰਹਿੰਦੇ ਨੇ, ਇਹ ਭੁੱਖੇ ਕਿਮ ਨਾਹੀ ਮਰਾਹੀ, ਦਾਣਾ ਖਾਣਾ ਜਿਨ ਲੱਭੇ ਨਾਹੀ, ਇਹ ਭੁੱਖੇ ਕਿਉਂ ਨਹੀਂ ਮਰ ਜਾਂਦੇ ਜਿਨ੍ਹਾਂ ਨੂੰ ਦਾਣਾ ਖਾਣਾ ਨਹੀਂ ਮਿਲਦਾ। ਫਿਰ ਕਹਿੰਦੇ ਨੇ ਜਿਹੜੇ ਜੰਗਲਾਂ ਦੇ ਵਿੱਚ ਵੀ ਨਜ਼ਰ ਆਉਂਦੇ ਨੇ, ਫੌਜ ਟੋਲੇ ਉਨ ਬਨ ਕੇ ਰਾਹੀ, ਖੋਜ ਟੋਲ ਕੇ ਮਾਰੇ ਤਾਹੀ। ਤੇ ਜੰਗਲਾਂ ਦੇ ਵਿੱਚ ਵੀ ਬੜੀਆਂ ਫੌਜਾਂ ਗਸ਼ਤੀ ਕਰ ਰਹੀਆਂ ਨੇ। ਜਿੱਥੇ ਕਿਤੇ ਕੋਈ ਸਿੱਖ ਦਿਖਾਈ ਦਿੰਦਾ ਹੈ, ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਜੋ ਜੋ ਪਿੰਡ ਸਿੰਘਨ ਕੋ ਭਇਓ, ਸੋਈ ਪਿੰਡ ਉਜਾੜ ਮੈਂ ਦਿਓ। ਕਹਿੰਦੇ ਜਿਹੜਾ ਜਿਹੜਾ ਸਿੱਖਾਂ ਦਾ ਪਿੰਡ ਕੋਈ ਮੈਨੂੰ ਦਿਖਾਈ ਦਿੰਦਾ ਹੈ, ਨਜ਼ਰ ਆਉਂਦਾ ਹੈ ਵੀ ਇੱਥੇ ਸਿੱਖ ਰਹਿੰਦੇ ਨੇ, ਉਹ ਮੈਂ ਪਿੰਡ ਪੂਰੇ ਦਾ ਪੂਰਾ ਉਜਾੜ ਕੇ ਰੱਖ ਦਿੱਤਾ ਹੈ। ਕਹਿੰਦੇ ਛੋੜ ਗਏ ਵੇ ਆਪਣੇ ਦੇਸ਼, ਭੁੱਖੇ ਹੋਏ ਵਟਾਵੇਂ ਭੇਖ। ਉਹ ਆਪਣੇ ਘਰ ਪਰਿਵਾਰ ਨੂੰ ਛੱਡ ਕਰਕੇ ਜੰਗਲਾਂ ਬਿਆਬਾਨਾਂ ਦੇ ਵਿੱਚ ਭੇਸ਼ ਵਟਾ ਕੇ ਰਹਿੰਦੇ ਨੇ। ਕਹਿੰਦੇ ਨੇ ਕਿ ਇਹ ਕਿਮ ਜੀਵੇ ਰਿਜਕ ਬਿਨਾਹੀ, ਰਿਜਕ ਬਿਨਾ ਕੋਈ ਜੀਵੇ ਨਾਹੀ, ਇਹ ਕਿਮ ਜੀਵੇ ਰਿਜਕ ਬਿਨਾਹੀ। ਵੀ ਰੋਟੀ ਪਾਣੀ ਮਿਲਣ ਤੋਂ ਬਗੈਰ ਬੰਦਾ ਕਿਵੇਂ ਜਿਉਂਦਾ ਰਹਿ ਸਕਦਾ, ਮੈਨੂੰ ਤੇ ਇਹ ਸਮਝ ਨਹੀਂ ਆਉਂਦੀ। ਫਿਰ ਅੱਗੇ ਕਹਿੰਦਾ ਹੈ ਮਨੁੱਖ ਸਾਗ ਪਤ ਖਾਵੇ, ਕਹਿੰਦੇ ਨੇ ਕਿਵ ਜੀਵੇ, ਜੋ ਜੀਵੇ ਸੋ ਤੁਰਨ ਜੋਗ ਕਿਮ ਥੀਵੇ। ਜੇ ਮੰਨ ਲਓ ਜੇ ਉਹ ਜੰਗਲਾਂ ਦੇ ਵਿੱਚੋਂ ਪੱਤੀਆਂ
ਤੇ ਜਾਂ ਫਲ ਫਰੂਟ ਥੋੜੇ ਬਹੁਤ ਜੇ ਖਾ ਵੀ ਲੈਂਦੇ ਨੇ ਤੇ ਉਹਨਾਂ ਦੇ ਅੰਦਰੋਂ ਕਿੰਨਾ ਕੁ ਚਿਰ ਬੰਦਾ ਪੱਤਰੀਆਂ ਖਾ ਕੇ ਰੁੱਖਾ ਸੁੱਖਾ ਖਾ ਕੇ ਜਿਉਂਦਾ ਰਹਿ ਪੈਂਦਾ ਹੈ। ਇਹਨਾਂ ਦੇ ਅੰਦਰ ਕਿੱਥੋਂ ਤਾਕਤ ਆ ਜਾਂਦੀ ਹੈ ਕਿ ਮੇਰੇ ਨਾਲ ਆ ਕੇ ਇਹ ਹਮ ਯੁੱਧ ਕਰਦੇ ਨੇ, ਮੇਰੇ ਸਿਪਾਹੀਆਂ ਨੂੰ ਮਾਰ ਕੇ ਚਲੇ ਜਾਂਦੇ ਨੇ। ਇੱਕ ਗੱਲ ਮੈਂ ਕਹਿ ਦਿਆਂ, ਸ਼ਾਹੀ ਮਹਿਲਾਂ ਦੇ ਵਿੱਚ ਰਹਿਣ ਵਾਲੇ ਇਹਨਾਂ ਰਾਜਿਆਂ, ਇਹਨਾਂ ਸ਼ਾਸਕਾਂ ਨੂੰ ਸਿੱਖਾਂ ਦੀਆਂ ਘਾਲਣਾ ਦਾ ਕੀ ਪਤਾ, ਜਿਹੜੇ ਗੁਰੂ ਦੇ ਖਾਤਰ, ਸਿੱਖੀ ਨੂੰ ਕਮਾਉਣ ਦੇ ਖਾਤਰ ਜਾਂ ਜ਼ੁਲਮੀ ਰਾਜ ਦੀਆਂ ਜੜ੍ਹਾਂ ਪੁੱਟਣ ਦੇ ਖਾਤਰ ਇਹ ਘਾਲ ਰਹੇ ਸਨ। ਦੁੱਖ ਤਸੀਹੇ ਝੱਲਦੇ ਪਏ ਸਨ, ਜਿਨ੍ਹਾਂ ਨੂੰ ਗੁਰੂ ਕੀ ਬਾਣੀ ਰੋਜ਼ਾਨਾ ਇਹ ਅੰਦਰੋਂ ਆਤਮਿਕ ਬਲ ਬਖਸ਼ਦੀ ਹੈ। ਕੇਤੀਆਂ ਦੂਕ ਭੂਕ ਸਦ ਮਾਰ, ਇਹ ਪੇਦਾਤ ਤੇਰੀ ਦਾਤਾਰ। ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇ ਤਾਂ ਇਤਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਸਾਰੇ ਜਿਤਨੇ ਵੀ ਮੁਲਖਈਏ ਹਨ, ਸੂਈਏ ਹਨ, ਉਹਨਾਂ ਸਾਰਿਆਂ ਨੂੰ ਪੁੱਛਦਾ ਹੈ ਵੀ ਇਹਨੂੰ ਰਿਜ਼ਕ ਕੌਣ ਪੜਾਉਂਦਾ ਹੈ। ਕਿੱਥੋਂ ਇਹਨਾਂ ਦੇ ਅੰਦਰ ਤਾਕਤ ਆ ਜਾਂਦੀ ਹੈ ਕਿ ਮੇਰੇ ਨਾਲ ਆ ਕੇ ਲੜਦੇ ਨੇ, ਮੇਰੇ ਸਿਪਾਹੀਆਂ ਦਾ ਨੁਕਸਾਨ ਕਰਕੇ ਚਲੇ ਜਾਂਦੇ ਨੇ। ਉਹਨਾਂ ਸਾਰਿਆਂ ਮੁਲਖਈਆਂ ਦੇ ਵਿੱਚੋਂ ਆਮ ਕਰਕੇ ਇਹ ਹੋਇਆ ਕਰਦਾ ਹੈ ਵੀ ਇਸ ਦੇਸ਼ ਵਿੱਚ ਜਾਂ ਨਗਰ ਦੇ ਵਿੱਚ ਕੋਈ ਨਾ ਕੋਈ ਸਰਕਾਰ ਦਾ ਬੰਦਾ, ਲਾਲਚੀ ਬੰਦਾ, ਜਿਨਨੇ ਆਪਣਾ ਕੁਝ ਪੈਸਿਆਂ ਦੇ ਖਾਤਰ ਈਮਾਨ ਛਿੱਕੇ ਤੇ ਟੰਗ ਕੇ ਵੇਚਿਆ ਹੁੰਦਾ ਹੈ। ਉਹ ਲਾਲਚੀ ਬੰਦਾ ਆਪਣੇ ਹੀ ਦੇਸ਼ ਦੇ ਲੋਕਾਂ ਨੂੰ, ਆਪਣੇ ਹੀ ਕੌਮ ਦੇ ਬੰਦਿਆਂ ਨਾਲ ਗੱਦਾਰੀ ਕਰਦਾ ਹੋਇਆ ਉਹਨਾਂ ਨੂੰ ਬੇਰਹਿਮੀ ਨਾਲ ਕੁਝ ਲਾਲਚ ਦੇ ਅਧੀਨ ਹੋ ਕੇ ਸ਼ਹੀਦ ਕਰਵਾ ਦਿੰਦਾ, ਜਿਵੇਂ ਗੰਗੂ ਨੇ ਕਰਾ ਦਿੱਤਾ ਸੀ। ਜਿਵੇਂ 1984 ਦੇ ਵਿੱਚ ਸਿੱਖਾਂ ਦੇ ਮੁਕਾਬਲੇ ਝੂਠੇ ਬਣਾ ਕੇ ਉਹਨਾਂ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲੇ ਕੌਣ ਸਨ? ਸਰਦਾਰ ਹੀ ਸਨ। KPS ਗਿੱਲ ਕੌਣ ਸੀ? ਜਾਂ ਨਛੱਤਰ ਸਿੰਘ ਵਰਗੇ ਥਾਣੇਦਾਰ ਕੌਣ ਸਨ? ਇਹ ਕਿਤਨੇ ਹੀ ਇਸ ਸਿੱਖ ਭੇਸ਼ ਦੇ ਵਿੱਚ ਇਹ ਦਰਿੰਦੇ, ਇਹ ਲਾਲਚੀ ਲੋਕ ਸਿੱਖਾਂ ਦਾ ਇਹ ਕਤਲ ਕਰਦੇ ਰਹੇ। 25,000 ਦੇ ਕਰੀਬਨ ਇਹਨਾਂ ਨੇ ਝੂਠੇ ਮੁਕਾਬਲਿਆਂ ਦੇ ਵਿੱਚ ਸਿੱਖਾਂ ਦਾ ਕਤਲ ਕੀਤਾ, ਸਿੱਖਾਂ ਨੂੰ ਮਾਰਿਆ। ਖੈਰ, ਇਹੋ ਜਿਹੇ ਲਾਲਚੀ ਬੰਦਿਆਂ ਦੇ ਵਿੱਚੋਂ ਇੱਕ ਹਰਭਗਤ ਨਿਰੰਜਰੀਆਂ ਉੱਠ ਕੇ ਖਲੋਂਦਾ ਹੈ ਕਚਹਿਰੀ ਦੇ ਵਿੱਚ। ਉਹ ਦੱਸਦਾ ਹੈ, ਉਹ ਕਹਿੰਦਾ ਹਰਭਗਤ ਨਿਰੰਜਰੀਏ ਨੇ ਯੋਂ ਫਿਰ ਕਹੀ। ਉਹਨੇ ਗੱਲਬਾਤ ਸੁਣਾਈ, ਜਵਾਬ ਦਿੱਤਾ ਵੀ ਕੌਣ ਇਹਨਾਂ ਨੂੰ ਰਿਜ਼ਕ ਦਿੰਦਾ, ਇਹਨਾਂ ਦਾ ਸਹਾਰਾ ਕੌਣ ਬਣਿਆ ਹੋਇਆ ਹੈ? ਕਹਿੰਦੇ ਪੂਲੇ ਪਿੰਡ ਇੱਕ ਮਾਝੇ ਮਹੀ, ਕਹਿੰਦੇ ਇੱਕ ਮਾਝੇ ਪਰਗਣਾ ਦਾ ਇੱਕ ਪੂਲਾ ਪਿੰਡ ਹੈ। ਕਹਿੰਦੇ ਤਾਰੂ ਸਿੰਘ ਤੇ ਖੇਤੀ ਕਰੈ, ਉੱਥੇ ਤਾਰੂ ਸਿੰਘ ਨਾਮ ਦਾ ਇੱਕ ਸਿੱਖ ਰਹਿੰਦਾ ਹੈ। ਪਕੜਿਆ ਇਸ ਕਰਕੇ ਅੱਜ ਤੱਕ ਨਹੀਂ ਗਿਆ। ਉਹਨੂੰ ਮੁਸਲਮਾਨ ਵੀ ਪਿਆਰ ਕਰਦੇ ਨੇ, ਉਹਨੂੰ ਹਿੰਦੂ ਵੀਰ ਵੀ ਪਿਆਰ ਕਰਦੇ ਨੇ। ਕਹਿੰਦੇ ਹਰਭਗਤ ਨਿਰੰਜਨੀ ਨੇ ਯੋਂ ਫਿਰ ਕਹੀ, ਪੂਲੇ ਪਿੰਡ ਇੱਕ ਮਾਝੇ ਮਹੀ, ਤਾਰੂ ਸਿੰਘ ਤੇ ਖੇਤੀ ਕਰੈ, ਸਾਥ ਪਿੰਡ ਮੁਹਾਲਾ ਭਰੈ। ਕਹਿਣ ਲੱਗੇ ਹੈ ਬੜਾ ਇਮਾਨਦਾਰ, ਜਿੱਥੇ ਉਹ ਖੇਤੀ ਕਰਦਾ ਹੈ ਨਾ ਉੱਥੇ ਸਰਕਾਰ ਨੂੰ ਕਰ ਵੀ ਦਿੰਦਾ, ਟੈਕਸ ਵੀ ਦਿੰਦਾ। ਦੇ ਹਾਕਮ ਕਿਛ ਥੋੜਾ ਖਾਵੇ, ਬੱਚੇ ਸਿੰਘਨ ਕੇ ਪਾਸ ਪੁਜਾਵੇ। ਕਹਿੰਦੇ ਹਾਕਮ ਨੂੰ ਕਰ ਦੇ ਕਰਕੇ ਜੋ ਬਚਦਾ ਹੈ ਨਾ, ਆਪ ਭਾਵੇਂ ਥੋੜਾ ਖਾਂਦਾ ਹੈ ਪਰ ਥੋੜੇ ਚੋਂ ਬਹੁਤਾ ਜਿੰਨਾ ਬਚਦਾ ਹੈ। ਜਿਹੜੇ ਸੰਘਰਸ਼ਸ਼ੀਲ ਸਿੱਖ ਨੇ, ਜਿਹੜੇ ਤੁਹਾਡੇ ਬਾਗੀ ਨੇ, ਉਹਨਾਂ ਤੱਕ ਉਹ ਪਹੁੰਚਾਉਂਦਾ ਵਾ। ਜਿੰਨਾ ਚਿਰ ਤਾਰੂ ਸਿੰਘ ਵਰਗੇ ਸਿੱਖਾਂ ਦੀ ਮਦਦ ਕਰਨ ਵਾਲੇ ਲੋਕ ਲੁੱਪੇ ਛਿੱਕੇ ਇਲਾਕਿਆਂ ਦੇ ਵਿੱਚ ਮੌਜੂਦ ਨੇ, ਉਹਨਾਂ ਚਿਰ ਤੂੰ ਸਿੱਖਾਂ ਦਾ ਖੁਰਾ ਖੋਜ ਨਹੀਂ ਮਿਟਾ ਸਕਦਾ। ਪਹਿਲਾਂ ਤਾਰੂ ਸਿੰਘ ਵਰਗਿਆਂ ਦਾ ਖੁਰਾ ਖੋਜ ਮਿਟਾਉਣਾ ਪਵੇਗਾ ਤੈਨੂੰ। ਕਹਿੰਦੇ ਦੇ ਹਾਕਮ ਕਿਛ ਥੋੜਾ ਖਾਵੇ, ਬੱਚੇ ਸਿੰਘਨ ਕੇ ਪਾਸ ਬਚਾਵੇ। ਹੈ ਉਸਕੇ ਇੱਕ ਭੈਣ ਅਰਮਾਈ, ਪੀਸ ਕੂਟ ਕੇ ਕਰੇ ਕਮਾਈ। ਕਹਿੰਦੇ ਉਹਦੇ ਘਰ ਦੇ ਵਿੱਚ ਉਹਦੀ ਮਾਂ ਤੇ ਉਹਦੀ ਭੈਣ ਉਹਦੀ ਮਦਦ ਕਰਦੇ ਆ, ਉਹਨੂੰ ਪ੍ਰੇਰਣਾ ਦਿੰਦੇ ਆ। ਉਹ ਦਾਣਾ ਆਟਾ ਪੀ ਕਰਕੇ, ਦੇਗਾਂ ਤਿਆਰ ਕਰਕੇ ਉਹਨੂੰ ਬਣਾ ਕੇ ਉੱਥੇ ਘੱਲਦੇ ਆ। ਹੈ ਉਸਕੇ ਇੱਕ ਭੈਣ ਅਰਨਾਈ, ਪੀਸ ਕੂਟ ਕੇ ਕਰੀ ਕਮਾਈ। ਕਹਿੰਦੇ ਸ਼ਬਦ ਚੌਂਕੀ ਗੁਰ ਆਪਣੇ ਕੀ ਕਰੈ, ਸੋ ਮਰਨੇ ਤੇ ਨੈਕ ਨਾ ਡਰੈ। ਕਹਿੰਦੇ ਆਪਣੇ ਗੁਰੂ ਦੀ ਸ਼ਬਦ ਦੀ ਟੇਕ ਰੱਖਦਾ ਹੈ, ਮਰਨ ਤੋਂ ਬਿਲਕੁਲ ਨਹੀਂ ਡਰਦਾ। ਕਹਿੰਦੇ ਆਪਣੇ ਗੁਰ ਕੀ ਛਪੜੀ ਨਾਵੈ, ਛਪੜੀ ਤੋਂ ਭਾਵ ਅੰਮ੍ਰਿਤਸਰ। ਇਹ ਦੁਸ਼ਟ ਬੰਦਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਨੂੰ ਤੇ ਨਿਰਮਲ ਸਰੋਵਰ ਨੂੰ, ਪਵਿੱਤਰ ਸਰੋਵਰ ਨੂੰ ਛਪੜੀ ਕਹਿ ਰਿਹਾ ਹੈ। ਕਹਿੰਦਾ ਆਪਣੇ ਗੁਰੂ ਦੀ ਛਪੜੀ ਵਿੱਚ ਨਹਾਉਂਦਾ ਹੈ। ਕਹਿੰਦੇ ਨੇ ਆਪਣੇ ਗੁਰ ਕੀ ਛਪੜੀ ਨਹਾਵੈ, ਗੰਗਾ
जमुना के निकट न आवे। भी साडे वाले जिहड़े तीर्थ ने, गंगा वर्गा जिहड़ा पवित्र तीर्थ है, उत्थे नहीं जांदा। फिर अगे इन्हें बना के लूतियां होर लाइयां, कहंदा जगन्नाथ को टुंडा आखै, राम कृष्ण को जाप ना भाखै। कहंदे जगन्नाथ जिन्हों असीं भगवान मनदे उहनूं टुंडा कह के पुकारदा वा। राम कृष्ण दा जाप ये नहीं जपदा, केवल अपने गुरु ग्रंथ साहिब जी दी बाणी ते भरोसा रखदा। क्यों जपीए पई? सानू साडे गुरु ने गुरु ग्रंथ साहिब जी दे लड़ लगाया है। गुरु ग्रंथ साहिब जी की बाणी तो उत्ते साडे वास्ते कुछ है नहीं, ज्ञान लैण वास्ते असीं पढ़ सकते हैं दूजे अनमति ग्रंथ, पर जो अकीदा है, जो विश्वास है, वो साडा गुरु ग्रंथ साहिब जी दे उत्ते है। कहंदे भी जगन्नाथ को टुंडा आखै, राम कृष्ण को जाप न भाखै। कहंदे रात बह दिन दिन बह रहे, कहंदे ने रात उतरे दिन बह रहे। तुरकन आख बचाए, सिर पे पंड उठाए, के सिंगन पास पहुंचाए। कहंदे दिने ते वो आराम करदा है, रात जदों हुंदी है ना, इहदी मां इहदी भैण इहनूं देगा तैयार करके, दाल फुलका तैयार करके इहदे सिर ते पंड रख दिंदे ने, तुहाडे सिपाहियां तो नज़र बचा के। वो जिहड़े तुहाडे दुश्मन सिख, बागी सिख जिहड़े तुहाडे नाल लड़ रहे ने, संघर्षशील ने, उन्हां नूं रोजाना फुलका पानी पहुंचाउंदा है, दाल फुलका पहुंचाउंदा है। जकरिया खां ये गल सुन के सड़बड़ के कोले हो गया। कहंदा केवल तारू सिंह नूं ही गिरफ्तार ना कीता जाए, इहदी मां ते भैण जो इहदी मदद करदे आ ना, उन्हां नूं भी गिरफ्तार कीता जाए। वारंट निकल गए। सिपाही 20 दे करीबन सिपाही जिहड़े ने तारू सिंह जी दे पिंड विच आउंदे ने, पूले पिंड विच आउंदे ने ते दरवाजा खड़काउंदे ने। पिंड सारा इकट्ठा हो जाता है जदों सिपाही आउंदे ने, क्योंकि भाई तारू सिंह जी का बड़ा प्यार है। भाई तारू सिंह जी नूं मुसलमान भी प्यार करते हैं, हिंदू वीर भी प्यार करते हैं। ते गुरमुखो मां दरवाजा खोलदी है, उच्ची आवाज विच कहंदे तुहाडा तारू सिंह है किथे? उच्ची आवाज विच गल करदे ने। तारू सिंह जिवें पुलिस आउंदी है बोलदी है किवें बदतमीजी नाल, इवें बोलदे ने। अगों सिੱਖੀ दी मूरत मां कहंदी पुत पानी छकोगे, जल छकोगे। जदों जल छकण दी गल करदी है ना मां, प्रशादा भी तैयार है पुत, तारू सिंह बारे मैं दस देनी आ, जल छकोगे जां प्रशादा छकोगे। थोड़ा जिहा उन्हां दी आवाज विच धीमापन आउंदा है। कहण लगे मां, जिहड़े उच्ची आवाज विच बोलदे पए सी, ओह कहंदे मां ना ते जल दी लोड़ है ना प्रशादे दी लोड़ है। तारू सिंह किथे है? तारू सिंह कहंदे खेती दे विच है, खेतां दे विच, बुला के लैके आओ, उन्होंने गिरफ्तार करके लैके जाना है। मां कहंदी मेरे पुत दा कसूर की है? मेरे पुत नूं गिरफ्तार क्यों करके लैके जाना है तुसां ने? कहण लगे तेरे पुत दा मां यही कसूर है कि जिहड़े सरकार दे बागी सिंह ने, जिहड़े जंगलां दे विच छुपे होए ने, तुसीं आ लोहां जिहड़ियां लाइयां होईयां ने, जिहड़ा देगां तैयार कर रहे हो, यही तुहाडा सब तो वड्डा कसूर है भी तुसीं प्रशादा पानी तैयार करके तारू सिंह उन्हां नूं पहुंचा के आउंदा है ते ओह जिन्हां दा हुक्का पानी प्रशादा पानी बंद कीता सरकार ने, वो सरकार नाल लड़दे ने, दो हत्थ करदे ने। तुहाडे पुत्तर दा दोष ये है भी उन्हां दे बागियां दी, उन्हां दे दोषियां दी मदद करदा है। भाई तारू सिंह जी आ जांदे ने, कहण लगे केवल तारू सिंह नूं ही नहीं, तुहानूं भी गिरफ्तार करन दा हुक्म है, वारंट है। सारा पिंड इकट्ठा हो जाता। कहण लगे असीं किसी भी कीमत ते ना तारू सिंह जी दी मां नूं जाण देना, ना तारू सिंह जी दी भैण नूं जाण देना। ये मां केवल तारू सिंह दी नहीं, ये भैण साडी भी है, ये मां साडी भी है। असीं तारू सिंह नूं भी नहीं जाण देना। उन्होंने सलाह की भी किन्ने कुछ सिपाही ने, सारा पिंड इकट्ठा होया, उन्होंने इत्थे मार मुकाईए। भाई तारू सिंह जी कहते नहीं, ऐसा काम नहीं करना, एक बारी मैनू उत्थे जाके पेश होण दिओ कि मेरा गुनाह की है, मैं अपनी सिपाही पेश करांगा, डर कादा? भाई तारू सिंह जी नूं हथ कड़ियां लगाईयां गईयां। भाई तारू सिंह जी सारियां जिहड़े पिंड वाले ने उन्हां नूं हौसला दिंदे होए अपनी मां दे कोल आशीर्वाद लैके तुरदे ने। मां कहंदी पुत आ जिहड़ा तेरा जूड़ा है ना एडा वड्डा, ये मैंने बड़े प्यार नाल मैं इन्हां केसां नूं पालिया है।
ਮੈਨੂੰ ਆਉਣ ਵਾਲਾ ਸਮਾਂ ਦਿਖਾਈ ਦੇ ਰਿਹਾ, ਇਹਨਾਂ ਜ਼ਾਲਮਾਂ ਨੇ ਤੇਰੇ ਉੱਤੇ ਤਰਸ ਕੋਈ ਨਹੀਂ ਖਾਣਾ। ਸਭ ਤੋਂ ਜ਼ਿਆਦਾ ਜਿਹੜਾ ਇਹਨਾਂ ਨੂੰ ਤੇਰਾ ਆ ਕੇਸ, ਆ ਤੇਰਾ ਜੂੜਾ ਰੜਕਣਾ ਹੈ। ਵੇਖੀ ਕਿਤੇ ਹਰ ਇੱਕ ਪ੍ਰਕਾਰ ਦਾ ਤਸ਼ੱਦਦ ਆਪਣੇ ਤਨ ਦੇ ਉੱਤੇ, ਪਿੰਡ ਦੇ ਉੱਤੇ ਹੰਢਾ ਲਈ। ਆਪਣੇ ਕੇਸਾਂ ਨੂੰ, ਆਪਣੀ ਸਿੱਖੀ ਨੂੰ ਆਂਚ ਨਾ ਆਉਣ ਦਈ। ਆ ਜਿਹੜਾ ਪਹਿਰਾ ਰੋਜ਼ਾਨਾ ਆਪਾਂ ਪੜ੍ਹਦੇ ਆ ਨਾ, ਜਿਨ੍ਹਾਂ ਸਿੰਘਾਂ ਸੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ, ਪੁੱਤ ਸਿੱਖੀ ਨੂੰ ਕੇਸਾਂ ਤੇ ਸਵਾਸਾਂ ਸੰਗ ਨਿਭਾ ਜਾ। ਕਹਿਣ ਲੱਗੇ ਮਾਂ ਮੈਂ ਸਿੱਖੀ ਨੂੰ ਕੇਸਾਂ ਤੇ ਸਵਾਸਾਂ ਸੰਗ ਨਿਭਾ ਕੇ ਦਿਖਾਵਾਂਗਾ, ਤੇਰੀ ਕੁੱਖ ਨੂੰ ਦਾਗ ਨਹੀਂ ਲੱਗਣ ਦਿਆਂਗਾ। ਪੁੱਤ ਜੇ ਤੈਨੂੰ ਦੁੱਖ ਦੇਣ, ਸਾਹਮਣੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀ ਤਵੀ ਤੇ ਬੈਠਾ ਹੋਇਆ ਮਹਿਸੂਸ ਕਰੀ, ਗਰਮ ਉੱਤੇ ਰੇਤਾ ਪੈਂਦੀ ਮਹਿਸੂਸ ਕਰੀ, ਉਬਲਦੀ ਦੇਗ ਵਿੱਚੋਂ ਬਾਲੇ ਖਾਂਦਿਆਂ ਨੂੰ ਮਹਿਸੂਸ ਕਰੀ। ਪੁੱਤ ਜੇ ਤੈਨੂੰ ਦੁੱਖ ਦਿੱਤਾ ਨਾ ਤੇ ਆਰੇ ਵਿੱਚ ਚੀਰਦਾ ਹੋਇਆ ਭਾਈ ਮਤੀ ਦਾਸ ਨੂੰ ਮਹਿਸੂਸ ਕਰੀ, ਕਿਉਂਕਿ ਸ਼ਹੀਦੀਆਂ ਪਹਿਲਾਂ ਹੋ ਚੁੱਕੀਆਂ ਨੇ। ਭਾਈ ਦਇਆਲਾ ਸਿੰਘ ਜੀ ਨੂੰ ਦੇਗ ਵਿੱਚ ਉਬਲਦੇ ਹੋਏ ਨੂੰ ਮਹਿਸੂਸ ਕਰੀ, ਭਾਈ ਸਤੀ ਦਾਸ ਜੀ ਨੂੰ ਰੂਹ ਦੇ ਵਿੱਚ ਲਪੇਟੇ ਹੋਏ ਨੂੰ, ਸੜਦੇ ਹੋਏ ਨੂੰ ਮਹਿਸੂਸ ਕਰੀ। ਪੁੱਤ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਖਲੋਤਾ ਹੋਇਆ ਮਹਿਸੂਸ ਕਰੀ। ਅਜੇ 4 ਸਾਲ ਹੀ ਹੋਏ ਨੇ ਪੁੱਤ। ਬਾਬਾ ਬੰਦਾ ਸਿੰਘ ਬਹਾਦਰ, ਉਹਦੇ ਪੁੱਤਰ 4 ਸਾਲ ਦੇ ਅਜੇ ਸਿੰਘ ਦਾ ਕਲੇਜਾ ਕੱਢ ਕੇ ਮੂੰਹ ਦੇ ਵਿੱਚ ਪਾਇਆ ਗਿਆ। ਜੇ ਤੈਨੂੰ ਦੁੱਖ ਮਹਿਸੂਸ ਹੋਇਆ ਤੇ ਬਾਬਾ ਅਜੇ ਸਿੰਘ ਜੀ ਦੇ ਕੱਢੇ ਹੋਏ ਕਲੇਜੇ ਨੂੰ ਆਪਣੀਆਂ ਅੱਖਾਂ ਨਾਲ ਵੇਖ ਲਈ। ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜੰਬੂਰਾਂ ਨਾਲ ਪੁੱਟਿਆ ਹੋਇਆ ਮਾਸ ਵੇਖ ਲਈ, ਵੱਢੀ ਹੋਈ ਲੱਤ ਵੇਖ ਲਈ, ਤੂੰ ਡੋਲੇਗਾ ਨਹੀਂ। ਇੰਨਾ ਕੁਝ ਛੁਡਾ ਦਿੱਤਾ ਪਲਾਂ ਦੇ ਵਿੱਚ ਮਾਂ ਨੇ। ਮਾਂ ਨੂੰ ਕਹਿੰਦਾ ਮਾਂ ਕਦੇ ਡੋਲਾਂਗਾ ਨਹੀਂ। ਤਾਰੂ ਸਿੰਘ ਸ਼ਹੀਦ ਤੇ ਹੋ ਜਾਏਗਾ, ਪਰ ਸਿੱਖੀ ਨੂੰ ਕੇਸਾਂ ਸਵਾਸਾਂ ਸੰਗ ਨਿਭਾ ਕੇ ਦਿਖਾਵੇਗਾ। ਭੈਣ ਨੂੰ ਵੀ ਆਸ਼ੀਰਵਾਦ ਦਿੱਤਾ, ਮਾਂ ਤੋਂ ਆਸ਼ੀਰਵਾਦ ਲਿਆ। ਭਾਈ ਤਾਰੂ ਸਿੰਘ ਜੀ ਸਿੱਧਾ ਲਾਹੌਰ ਦੀ ਧਰਤੀ ਤੇ ਆਉਂਦੇ ਨੇ। ਜ਼ਕਰੀਆ ਖਾਨ ਦੇ ਕੋਲ ਪੇਸ਼ ਕੀਤਾ ਜਾਂਦਾ ਹੈ। ਭਾਈ ਤਾਰੂ ਸਿੰਘ ਜੀ ਪੁੱਛਦੇ ਨੇ ਮੈਨੂੰ ਗ੍ਰਿਫਤਾਰ ਕਰਕੇ ਕਿਉਂ ਲਿਆਂਦਾ ਗਿਆ? ਕਹਿਣ ਲੱਗੇ ਤੇਰਾ ਕਸੂਰ ਹੈ ਕਿ ਤੂੰ ਰੋਟੀ ਪਾਣੀ ਪ੍ਰਸ਼ਾਦਾ ਤਿਆਰ ਕਰਕੇ ਸਾਡੇ ਬਾਗੀ ਸਿੱਖ ਉਹਨਾਂ ਤੱਕ ਪਹੁੰਚਾਉਣਾ ਹੈ। ਅੱਗੋਂ ਭਾਈ ਤਾਰੂ ਸਿੰਘ ਜੀ ਕਹਿੰਦੇ ਨੇ ਵੀ ਮੈਂ ਤੁਹਾਡੀ ਜਿਹੜੀ ਜ਼ਮੀਨ ਹੈ ਉਹ ਵਾਹੁਣਾ ਵਾਂ, ਮਾਲਕ ਮੈਂ ਆ, ਪਰ ਉਹਦਾ ਹਰ ਸਾਲ ਮੈਂ ਕਰ ਦੇਣਾ ਵਾਂ। ਜੋ ਉਸ ਜ਼ਮੀਨ ਵਿੱਚੋਂ ਪ੍ਰਾਪਤ ਹੁੰਦਾ ਹੈ, ਮੇਰੀ ਕਿਰਤ ਕਮਾਈ ਦੇ ਵਿੱਚੋਂ ਮੈਂ ਆਪ ਆਪਣੇ ਟੱਬਰ ਨੂੰ ਪਾਲਦਾ ਵਾਂ। ਮੈਂ ਆਏ ਗਏ ਲੋੜਵੰਦ ਦੀ ਸੇਵਾ ਕਰਦਾ ਵਾਂ, ਤੇ ਉਹ ਭਾਵੇਂ ਜੁਝਾਰੂ ਸਿੱਖ ਤੁਹਾਡੇ ਦੋਛੀ ਨੇ, ਜੋ ਵੀ ਨੇ, ਮੈਂ ਉਹਨਾਂ ਨੂੰ ਲੋੜਵੰਦ ਸਮਝ ਕੇ, ਭੁੱਖੇ ਸਮਝ ਕੇ ਪ੍ਰਸ਼ਾਦਾ ਛਕਾਉਣਾ ਵਾਂ। ਤੇਰੇ ਪੱਲਿਓਂ ਕੁਝ ਜਾਂਦਾ ਹੈ ਤੇ ਦੱਸ ਮੇਰਾ ਕਸੂਰ ਕੀ ਹੈ? ਕਹਿਣ ਲੱਗੇ ਇਹੀ ਤੇ ਬੜਾ ਵੱਡਾ ਕਸੂਰ ਹੈ। ਕਹਿਣ ਲੱਗੇ ਇਸੇ ਦੋਸ਼ ਵਿੱਚ ਤੈਨੂੰ ਪਕੜਿਆ ਗਿਆ ਹੈ। ਫਿਰ ਕਹਿੰਦੇ ਤੇਰੇ ਤੇ ਸਾਨੂੰ ਤਰਸ ਬੜਾ ਆਉਂਦਾ, ਕਿਉਂਕਿ 25 ਸਾਲ ਦਾ ਨੌਜਵਾਨ ਭਾਈ ਤਾਰੂ ਸਿੰਘ, ਕਾਲਾ ਉਹਦਾ ਦਾੜਾ, ਚਿਹਰਾ ਬੜਾ ਉਹਦਾ ਸੁੰਦਰ, ਲਾਲ ਸੁਰਖ ਗੱਲਾਂ, ਬੜਾ ਸੋਹਣਾ ਸੀ ਉਹਦਾ ਸਰੂਪ। ਜ਼ਕਰੀਆ ਖਾਨ ਕਹਿੰਦਾ ਤੇਰੀ ਜਵਾਨੀ ਉੱਤੇ, ਤੇਰੀ ਸੁੰਦਰਤਾ ਤੇ ਮੈਨੂੰ ਤਰਸ ਆਉਂਦਾ ਹੈ। ਉਹ ਕੀ ਲੈਣਾ ਸਿੱਖੀ ਤੋਂ? ਤੂੰ ਇਸਲਾਮ ਨੂੰ ਕਬੂਲ ਕਰ ਲਾ, ਇਸਲਾਮ ਦੇ ਦਾਇਰੇ ਵਿੱਚ ਆ ਜਾ। ਤੂੰ ਬੜਾ ਸੋਹਣਾ ਸੁਨੱਖਾ ਨੌਜਵਾਨ, ਕਿਸੇ ਮੁਸਲਮਾਨ ਹਾਕਮ ਦੀ ਲੜਕੀ ਨਾਲ ਮੈਂ ਤੇਰਾ ਨਿਕਾਹ ਕਰਾ ਦਿਆਂਗਾ। ਸਿੱਖੀ ਨੂੰ ਛੱਡ ਦੇ। ਜੇ ਸਿੱਖੀ ਨੂੰ ਛੱਡ ਦੇਗਾ ਤੇ ਤੇਰੀ ਜਾਨ ਬਖਸ਼ੀ ਜਾਏਗੀ। ਨਵਾਬ ਕਹਿਓ ਤੁਮ ਹੋਵੋ ਮੁਸਲਮਾਨ, ਤਬ ਛੋਡਾਂਗਾ ਤੁਮਰੀ ਜਾਨ। ਸਿੰਘ ਕਹਿਓ ਹਮ ਡਰ ਨਹੀਂ ਮਾਨੇ, ਹਮ ਹੋਵੇ ਕਿ ਮੁਸਲਮਾਨੇ, ਮੈਂ ਤੇਰਾ ਡਰ ਨਹੀਂ ਮੰਨਾਂਗਾ, ਭਾਵੇਂ ਜੋ ਮਰਜ਼ੀ ਮੈਨੂੰ ਸਜ਼ਾ ਦੇਣੀ ਦੇ ਲੈ। ਹੁਣ ਜਦੋਂ ਜ਼ਕਰੀਆ ਖਾਨ ਕਹਿੰਦਾ ਤੂੰ ਮੁਸਲਮਾਨ ਬਣ ਜਾ, ਉਹ ਕਹਿੰਦਾ ਮੈਂ ਨਹੀਂ ਮੁਸਲਮਾਨ ਬਣ ਜਾ, ਜੋ ਵੀ ਤੂੰ ਕਰਨਾ ਚਾਹੁੰਦਾ ਵਾਂ ਉਹ ਮੇਰੇ ਨਾਲ ਕਰ ਸਕਦਾ ਹੈ। ਕਹਿਣ ਲੱਗੇ ਇਹਦੇ ਕੇਸ ਕਤਲ ਕੀਤੇ ਜਾਣ। ਇਹਨੂੰ ਸਿੱਖੀ ਨਾਲ ਪਿਆਰ ਹੈ ਨਾ, ਕੇਸਾਂ ਨਾਲ ਪਿਆਰ ਹੈ ਨਾ, ਇਹਦੇ ਕੇਸ ਕਤਲ ਕਰ ਦਿੱਤੇ ਜਾਣ। ਨਾਈ ਬੁਲਾਇਆ ਗਿਆ। ਨਾਈ ਨੇ ਜਦੋਂ ਕੈਂਚੀ ਅੱਗੇ ਵਧਾਈ ਹੈ, ਭਾਈ ਤਾਰੂ ਸਿੰਘ ਜੀ ਦੀਆਂ ਅੱਖਾਂ ਦੇ ਵਿੱਚੋਂ ਜਦੋਂ ਉਹਨੇ ਜਲਾਲ ਵੇਖਿਆ, ਨਾਈ ਦੀ ਹਿੰਮਤ ਨਾ ਪਈ ਵੀ ਤਾਰੂ ਸਿੰਘ ਜੀ ਦੇ ਅੱਗੇ ਵੱਧ ਕੇ ਕੇਸਾਂ ਨੂੰ ਹੱਥ ਲਾ ਕੇ ਉਹ ਪਕੜ ਸਕੇ। ਉਹ ਆਉਂਦਾ ਏ, ਭਾਈ ਤਾਰੂ ਸਿੰਘ ਜੀ ਆਪਣੇ ਹੱਥਾਂ ਨਾਲ ਧੱਕਾ ਮਾਰ ਕੇ ਉਹਨੂੰ ਪਰਾਂ ਸੁੱਟ ਦਿੰਦੇ ਨੇ।
फिर इन्हां जालमां ने की कीता, कहण लगे ठीक है ये केसां नूं हथ नहीं लाउण दिंदा। कहण लगे जिस खोपड़ी दे उत्ते केस उगदे ने उस खोपड़ी नूं उतार दिता जाए, जड़ तो ही इहदे केस जिहड़े ने खोपड़ी उतार दिती जाए, पर इहदे हथ बन्नणे पैणगे। भाई तारू सिंह जी दे हथ बन्ने गए ते जलाद बुलाया गया। जलाद ने की कीता, भाई तारू सिंह जी दी इस सेध तो मत्थे दी सेध तो रंबी रखी है। रंबी इथों जिवें बकरी दी खल उतारदे आ, किसी पशु दी खल उतारदे आ, इथों रंबी नूं हथौड़े दे नाल मारदा मारदा ਉਹ ਪਿੱਛੇ ਲੈ ਕੇ ਜਾਂਦਾ ਗਿੱਚੀ, फिर इथों शुरू करता है गिच्ची ते लिया के पूरी खोपड़ी जदों अलग हो जाती है, एक हाथ नाल इंज पकड़ लैंदा है ते गुरु का सिख भाई तारू सिंह जी पूरा खून दे नाल लथ-पथ है, सतनाम वाहिगुरू जी दा जाप कर रहा है। सिख दी खोपड़ी उतर गई। जकरिया खान ने यह भी आखिया सी भी मैं जुत्ते मार के तेरे केसां नूं झाड़ के खत्म कर दियांगा, मैं मारूंगा तो ये जूतन की मार। भाई तारू सिंह जी ने आख्या भी वो समा दसेगा जुत्तियां दी मार किनू पैंदी है, तेरे सिर ते जुत्ते पैंदे आ जां मेरे सिर ते पैंदे आ। भाई तारू सिंह जी की खोपड़ी उतार करके भाई तारू सिंह जी नूं एक खाई दे विच सुट दिता गया। भाई तारू सिंह जी उत्थे वाहिगुरू जी का जाप करते रहे, बाणी पढ़ते रहे। 22 दिनों तक भाई तारू सिंह जी जिउंदे रहे ने शरीर दे विच। इधरों दूसरे तीसरे दिन ही जकरिया खान नूं पेशाब दा बन पै जांदा है। हकीम वैद बुलाए जांदे ने, पर गुरमुखो कोई भी दवाई काम नहीं करती। अखीर इनू एहसास होंदा है मैं गुरु दे सिख नाल इहो जिहा जुल्म ढाया है, ये मेरा पेशाब बन इस करके होया है कि मैं एक सिख दी किरती सिख दी केवल इस दोष दे विच खोपड़ी उतार के उहदे उत्ते जुल्म ढाया, उहनूं दुख दिता है, उहदा पाप अज भुगता पिया वां। शबेक सिंह नूं उन्हें विच पाया, क्योंकि शबेक सिंह सरकारी एहलकार भी रहा सी, जिहड़ा नवाबी लैके नवाब कपूर सिंह जी दे कोल गया सी। बाद विच इहने सरकारी नौकरी छड्ड दित्ती सी, सिखां दे संघर्ष नाल जुड़ गया सी ते उहनूं विच पाया, राफता विच उहदे नाल साझा कीता। कहण लगे भी तारू सिंह दे कोल मेरी भुल बख्शवा दे, मैं तारू सिंह दे कोल मैं बड़ा मर रहा वां, मैनूं दर्द ऐस वो जिहड़ी पीड़ा है वो मेरे को जरी नहीं जा रही। तारू सिंह अगर बख्श देगा तो मैं बख्शिया जावांगा। भाई तारू सिंह जी दे कोल लैके आया जांदा है। भाई तारू सिंह जी नूं कहंदा मैनूं बख्श दे, मैनूं पेशाब दा बन पै चुकिया वा, मैनूं बख्श दे, मैं बड़ा वड्डा जुल्म ढाया, तेरी खोपड़ी ते वापस नहीं लिया सकदा, पर मैं अपने गुनाहां दी माफ़ी तेरे कोल मंगदा। कहण लगे मैं नहीं, एक केस गुरु की मोहर है, ਇਹਦਾ फैसला पंथ करेगा। तू आख्या सी मैं जुत्ते मार के तेरे केस झाड़ांगा, ये केस गुरु की अमानत है, पंथ की अमानत है। पंथ जो फैसला करेगा वो फैसला तेनू मनना पवेगा। पंथ दे कोल लिजाया जाता है, 5 प्यारे साहिबान इकट्ठे होंदे ने, वो फैसला सुणाउंदे ने भी भाई तारू सिंह जी नूं उन्हां दे सिर दे उत्ते जुत्ते मारन की गल जकरिया खान ने आखी सी, पर भाई तारू सिंह जी की पैरों की जुत्ती ये सिर के उत्ते मारी जाए तो यदा ज्यों ज्यों जुत्ती वजेगी त्यों तो यदा पेशाब का बन खुलेगा। पर बचना इन्हें फिर भी कोई नहीं, तो उही हुण मरदा की नहीं करदा, ये अपने दरबार विच आउंदा है, एक अलहदा जिहा कमरा बनवाउंदा है ते अपने ही नौकरां दे कोलों भाई तारू सिंह जी दी पैरां दी जुत्ती लियांदी जांदी है। रोजाना अपने सिर ते मरवाउंदा है, ज्यों ज्यों जुत्ती मरवाउंदा है त्यों त्यों इहनूं आराम मिलदा है, इहदा बन खुलदा है। पर वह बन उन्ना चिर खुलदा है जदों जदों जुत्ती वजदी है, जुत्ती रुक जाती है, बन फिर स्टार्ट हो जाता है। ये अपने उन्हां नौकरां नूं कहंदा भावें मैनूं जिन्नी मर्जी दर्द होवे सिर दे विच, मैं भावें जिन्ना मर्जी आखां भी जुत्ती मारनी छड्ड दिओ, तुसीं जुत्ती मारनी रोकनी नहीं। उन्हां नौकरां ने वो भी ये जुल्म तो तंग सन, उन्होंने बहाना मिल गया, उन्होंने इन्नी जुत्ती चलाई ये सिर के उत्ते। ये जिहड़ा जकरिया खान है सारा दिन जुत्तियां दी मार सहंदा सहंदा जुत्ती दी मार खा के मर जाता है।
ਉਧਰੋਂ ਭਾਈ ਤਾਰੂ ਸਿੰਘ ਜੀ ਦੇ ਕੋਲ ਸਾਰੇ ਸਿੱਖ ਆਉਂਦੇ ਨੇ। ਕਹਿਣ ਲੱਗੇ ਤੁਹਾਡੀ ਖੋਪੜੀ ਦਾ ਕੁਝ ਇਲਾਜ ਕਰਦੇ ਆ। ਕਹਿਣ ਲੱਗੇ ਹੁਣ ਇਲਾਜ ਨਹੀਂ, ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਸਰੋਵਰ ਦੇ ਵਿੱਚੋਂ ਜਲ ਲਿਆਂਦਾ ਜਾਵੇ, ਮੈਨੂੰ ਇਸ਼ਨਾਨ ਕਰਵਾਇਆ ਜਾਏ। ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਸਰੋਵਰ ਦੇ ਵਿੱਚੋਂ ਜਲ ਲਿਆਂਦਾ ਗਿਆ। ਜਿਹੜਾ ਖੂਨ ਸਾਰੀ ਬੋਡੀ ਉੱਤੇ ਜੰਮਿਆ ਸੀ ਉਹ ਸਾਰਾ ਇਸ਼ਨਾਨ ਕਰਵਾਇਆ ਗਿਆ। ਜਪਜੀ ਸਾਹਿਬ ਜੀ ਦਾ ਪਾਠ ਭਾਈ ਤਾਰੂ ਸਿੰਘ ਜੀ ਨੇ ਕੀਤਾ, ਸਿੱਖਾਂ ਨੇ ਬਾਣੀ ਦਾ ਪਾਠ ਕੀਤਾ। ਕਹਿਣ ਲੱਗੇ ਸਿੱਖੋ ਅਰਦਾਸਾ ਸੋਧੋ, ਇਸ ਪਿੰਜਰ ਦੇ ਵਿੱਚੋਂ ਮੇਰੀ ਇਹ ਜਿਹੜੀ ਰੂਹ ਹੈ, ਇਹ ਜੀਵ ਰੂਪੀ ਪੰਖੀ ਨਿਕਲੇ, ਮੈਂ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੋਦ ਵਿੱਚ ਜਾ ਸਮਾਵਾਂ। ਕਹਿੰਦੇ ਜਪਜੀ ਸਾਹਿਬ ਜੀ ਦਾ ਪਾਠ ਸਮਾਪਤ ਹੁੰਦਾ ਹੈ, ਅਰਦਾਸਾ ਸੋਧਿਆ ਜਾਂਦਾ ਹੈ। ਅੰਮ੍ਰਿਤ ਵੇਲੇ ਅੱਜ ਦੇ ਦਿਨ ਭਾਈ ਤਾਰੂ ਸਿੰਘ ਜੀ ਦੀ ਰੂਹ, ਉਹ ਪਵਿੱਤਰ ਆਤਮਾ, ਉਹ ਜੀਵ ਆਤਮਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਾ ਵਿਰਾਜਦੀ ਹੈ। ਇਸ ਤਰ੍ਹਾਂ ਸਿੱਖੀ ਨੂੰ ਕੇਸਾਂ ਸਵਾਸਾਂ ਸੰਗ ਨਿਭਾਉਂਦਿਆਂ ਹੋਇਆਂ, ਜ਼ਾਲਮ ਨੂੰ ਜੁੱਤੀਆਂ ਦੀ ਮਾਰ ਹੇਠਾਂ ਸਜ਼ਾ ਦਿੰਦਿਆਂ ਹੋਇਆਂ, ਉਹਦੀ ਕੀਤੀ ਦੀ ਸਜ਼ਾ, ਉਹਦਾ ਫਲ ਭੁਗਤਾਉਂਦਿਆਂ ਹੋਇਆਂ ਭਾਈ ਤਾਰੂ ਸਿੰਘ ਜੀ ਸ਼ਹੀਦੇ ਜਾਮ ਪੀ ਜਾਂਦੇ ਨੇ। ਅੱਜ ਵੀ ਮੈਂ ਸਿੱਖਾਂ ਨੂੰ ਕਹਿਣਾ, ਸਿੱਖਾ ਜੇ ਤੂੰ ਆਪਣੇ ਸਿਰ ਦੇ ਕੇਸ ਕੱਟੇ ਹੋਏ ਨੇ, ਕਿਤੇ ਭਾਈ ਤਾਰੂ ਸਿੰਘ ਜੀ ਦੀ ਉਸ ਤਸਵੀਰ ਦੇ ਸਾਹਮਣੇ ਨਾ ਹੋਵੀਂ, ਨਹੀਂ ਤੇ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਦੇ ਨਾਲ ਲੱਥੀ ਹੋਈ ਤਸਵੀਰ ਤੈਨੂੰ ਹਲੂਣਾ ਦੇਵੇਗੀ। ਉਹ ਆਖੇਗੀ ਭਲਿਆ ਮੈਨੂੰ ਤੇ ਲਾਲਚ ਦਿੱਤੇ ਗਏ ਸਨ, ਮੈਨੂੰ ਤੇ ਨਵਾਬੀਆਂ ਦੇ ਲਾਲਚ, ਬੱਚੀਆਂ ਦੇ ਲਾਲਚ, ਨੌਜਵਾਨ ਬੱਚੀਆਂ ਨਾਲ ਤੇਰਾ ਨਿਕਾਹ ਕਰਾ ਦਿੱਤਾ ਜਾਏਗਾ, ਮੈਂ ਤਾਂ ਵੀ ਨਹੀਂ ਆਪਣੀ ਕੇਸਾਂ ਨੂੰ ਆਂਚ ਆਉਣ ਦਿੱਤੀ, ਸਿੱਖੀ ਨੂੰ ਆਂਚ ਆਉਣ ਦਿੱਤੀ। ਤੂੰ ਨਾਈ ਦੇ ਕੋਲ ਖੁਦ ਜਾਣਾ ਹੈ, ਖੁਦ ਪੈਸੇ ਦੇਣਾ ਹੈ ਤੇ ਗੁਰੂ ਕੀ ਮੋਹਰ ਕੇਸਾਂ ਨੂੰ ਕਟਵਾ ਕਰਕੇ ਵਾਣੀਆਂ ਦੇ ਵਿੱਚ ਸੁਟਵਾਣਾ। ਤੂੰ ਕਾਹਦਾ ਸਿੱਖ ਹੈ ਭਾਈ? ਤੈਨੂੰ ਲਾਜ ਨਹੀਂ ਆਉਂਦੀ, ਤੈਨੂੰ ਸ਼ਰਮ ਨਹੀਂ ਆਉਂਦੀ? ਭਾਈ ਤਾਰੂ ਸਿੰਘ ਜੀ ਦੀ ਉਹ ਤਸਵੀਰ ਅੱਜ ਵੀ ਸਾਨੂੰ ਹਲੂਣਾ ਦੇ ਰਹੀ ਹੈ ਕਿ ਸਿੱਖਾ, ਸਿੱਖੀ ਨੂੰ ਕੇਸਾਂ ਸਵਾਸਾਂ ਸੰਗ ਤਾਂ ਨਿਭਾ ਲਈ, ਪਰ ਸਿੱਖੀ ਨੂੰ ਕੇਸਾਂ ਨੂੰ ਆਂਚ ਨਾ ਆਉਣ ਦੇਵੀਂ। ਇਹ ਭਾਈ ਤਾਰੂ ਸਿੰਘ ਤਸਵੀਰ ਅੱਜ ਵੀ ਬੋਲ ਕੇ ਤੈਨੂੰ ਕਹਿ ਰਹੀ ਹੈ। ਸੋ ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਬੱਚੀਆਂ ਆ ਗਈਆਂ ਹਨ। ਉਹ ਆਪ ਜੀ ਦੇ ਸਨਮੁਖ ਹੁਣ ਗੁਰਬਾਣੀ ਦਾ ਕੀਰਤਨ ਤੁਹਾਨੂੰ ਸਰਵਣ ਕਰਾਉਣਗੀਆਂ। ਵਿਚਾਰਾਂ ਸਾਂਝੀਆਂ ਕਰਦਿਆਂ ਹੋਇਆਂ, ਇਤਿਹਾਸ ਸੁਣਾਉਂਦਿਆਂ ਹੋਇਆਂ 10 ਪਾਸੋਂ ਬਹੁਤ ਸਾਰੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਆਪ ਜੀ ਅਣਜਾਣ ਸਮਝ ਕੇ ਮਾਫ ਕਰਨਾ। ਪ੍ਰਵਾਨੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।